ਇਹ ਬਹੁਤ ਹੀ ਖੂਬਸੂਰਤ ਦਿਹਾੜੇ ਨੂੰ ਮਨਾਉਣ ਦੇ ਲਈ ਇੱਕ ਚੇਤਨਾ ਰੈਲੀ ਦੇ ਰੂਪ ਦੇ ਵਿੱਚ ਇਹ ਅੱਜ ਇੱਕ ਸੁਨੇਹਾ ਲੈ ਕੇ ਚੱਲੇ ਆ। ਮੈਂ ਸਮਝਦੀ ਹਾਂ ਇਹਦੇ ਨਾਲ ਇੱਕ ਜਿਹੜੀ ਸਾਡੀ ਮਾਂ ਬੋਲੀ ਹੈ, ਪੰਜਾਬੀ ਬੋਲੀ ਹੈ, ਇਹਨੂੰ ਬਹੁਤ ਵੱਡਾ ਹੁਲਾਰਾ ਮਿਲਿਆ। ਪਹਿਲੀ ਸਿੱਖਿਆ ਮਾਂ ਤੋਂ ਹੁੰਦੀ ਹੈ, ਤਾਂ ਮਾਂ ਬੋਲੀ ਇਜ਼ ਵੈਰੀ ਵੈਰੀ ਇੰਪੋਰਟੈਂਟ। 29 ਸਟੇਟਾਂ 'ਚ ਕਿਸੇ ਦੀ ਬੋਲੀ ਅੰਗਰੇਜ਼ੀ ਆਈ ਨਹੀਂ, ਸਿਰਫ ਚੰਡੀਗੜ੍ਹ 'ਚ ਥੋਪੀ ਹੋਈ ਆ। ਕਿਉਂ? ਵਿਸ਼ਵ ਮਾਂ ਬੋਲੀ ਦਿਵਸ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ। ਤੇ ਇਹ ਦਿਨ ਖਾਸ ਮਿਥਿਆ ਗਿਆ ਯੂਨੈਸਕੋ ਵੱਲੋਂ ਕਿ ਦੁਨੀਆ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਸੱਭਿਆਚਾਰ ਨੇ, ਸੱਭਿਅਤਾਵਾਂ ਨੇ, ਉਹਨਾਂ ਦੀ ਬੋਲੀ, ਉਹਨਾਂ ਦੀ ਭਾਸ਼ਾ ਹੈਗੀ ਆ। ਸੋ ਉਹਨੂੰ ਪ੍ਰਫੁੱਲਤ, ਉਹਨੂੰ ਵਧਾਉਣ ਲਈ, ਉਹਨੂੰ ਹੁੰਗਾਰਾ ਹੋਰ ਦੇਣ ਲਈ, ਹੁਲਾਰਾ ਹੋਰ ਦੇਣ ਲਈ ਮਾਂ ਬੋਲੀ ਦਿਵਸ ਮਨਾਇਆ ਜਾਂਦਾ। ਅੱਜ 21 ਫਰਵਰੀ ਵਾਲਾ ਦਿਨ ਇਹ ਮਿਥਿਆ ਗਿਆ। ਤੇ ਅੱਜ ਦੇ ਦਿਨ ਭਾਸ਼ਾ ਵਿਭਾਗ ਵੱਲੋਂ ਇੱਕ ਖਾਸ ਰੈਲੀ ਕੱਢੀ ਗਈ ਆ, ਜਿਹਦੇ ਤਹਿਤ ਲੋਕਾਂ ਨੂੰ ਮਾਂ ਬੋਲੀ ਨਾਲ ਜੋੜਨ ਲਈ ਪ੍ਰੇਰਿਆ ਗਿਆ। ਲੋਕਾਂ ਨੂੰ ਸੁਨੇਹੇ ਦਿੱਤੇ ਗਏ ਆ। ਅਲੱਗ-ਅਲੱਗ ਜਿਹੜੇ ਤੁਸੀਂ ਹੱਥਾਂ 'ਚ ਦੇਖ ਰਹੇ ਹੋ ਬੈਨਰ ਫੜੇ ਹੋਏ ਨੇ, ਜਿਨ੍ਹਾਂ ਉੱਤੇ ਸੋਹਣੇ ਸੋਹਣੇ ਕੋਟਸ ਲਿਖੇ ਹੋਏ ਨੇ, ਵੀ ਮਾਂ ਬੋਲੀ ਦੀ ਜੈ ਜੈਕਾਰ, ਨਾਲ ਵਧੇ ਫੁੱਲੇ ਮੇਰਾ ਕਾਰੋਬਾਰ। ਅਲੱਗ-ਅਲੱਗ ਲਾਈਨਾਂ ਲਿਖੀਆਂ ਹੋਈਆਂ ਨੇ ਜਿਹੜੀਆਂ ਦਿਲ ਨੂੰ ਛੂੰਹਦੀਆਂ ਨੇ। ਤੇ ਮਾਂ ਬੋਲੀ ਲਈ ਇਹ ਜਿਹੜਾ ਉਪਰਾਲਾ ਕੀਤਾ ਹੋਇਆ, ਸਾਡੇ ਨਾਲ ਡਾਕਟਰ ਦਵਿੰਦਰ ਬੋਹਾ ਜੀ ਨੇ, ਜੋ ਡਾਇਰੈਕਟਰ ਨੇ ਭਾਸ਼ਾ ਵਿਭਾਗ ਮੋਹਾਲੀ ਦੇ। ਸਰ, ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਇਹ ਉਪਰਾਲਾ ਵਿੱਢਣ ਲਈ। ਬਹੁਤ ਬਹੁਤ ਧੰਨਵਾਦ ਜੀ। ਸਭ ਤੋਂ ਪਹਿਲਾਂ ਤਾਂ ਮੈਂ ਕਹਾਂਗਾ ਆਪਣੇ ਵੱਲੋਂ, ਆਪਣੇ ਵਿਭਾਗ ਵੱਲੋਂ ਔਰ ਸਾਰੇ ਪੰਜਾਬੀਆਂ ਵੱਲੋਂ ਵੀ ਅੱਜ ਦਾ ਜਿਹੜਾ ਦਿਹਾੜਾ ਹੈ ਬਹੁਤ ਪਵਿੱਤਰ ਹੈ। ਮਾਂ ਬੋਲੀ ਦਾ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਹੈ। ਪੰਜਾਬ 'ਚ ਮਨਾਇਆ ਜਾ ਰਿਹਾ। ਵੱਖ-ਵੱਖ ਥਾਵਾਂ 'ਤੇ ਆਪਣੀ ਮਾਂ ਬੋਲੀ ਨੂੰ ਅੱਜ ਸਮਾਗਮ ਰਚਾਏ ਜਾ ਰਹੇ ਨੇ। ਇਹ ਬਹੁਤ ਹੀ ਖੂਬਸੂਰਤ ਦਿਹਾੜੇ ਨੂੰ ਮਨਾਉਣ ਦੇ ਲਈ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਨਹੀਂ ਕਹਿ ਸਕਦਾ ਮੈਂ, ਇੱਕ ਚੇਤਨਾ ਰੈਲੀ ਦੇ ਰੂਪ ਦੇ ਵਿੱਚ ਇਹ ਅੱਜ ਇੱਕ ਸੁਨੇਹਾ ਲੈ ਕੇ ਚੱਲੇ ਆ। ਉਹਦੇ 2-3 ਕਾਰਨ ਸੀ। ਪਹਿਲਾ ਕਾਰਨ ਸਾਡੇ ਕੋਲ ਇਹ ਸੀਗਾ ਵੀ ਅਸੀਂ ਜਿਹੜੇ 21 ਫਰਵਰੀ ਤੱਕ ਪੰਜਾਬ ਸਰਕਾਰ ਵੱਲੋਂ ਇੱਕ ਟੀਚਾ ਮਿਥਿਆ ਗਿਆ ਸੀਗਾ ਵੀ ਅਸੀਂ ਜਿੰਨੇ ਸਾਡੇ ਬੋਰਡ ਨੇ, ਨਾਂ ਪੱਟੀਆਂ ਨੇ ਜਾਂ ਸਾਈਨ ਬੋਰਡ ਨੇ, ਕੋਈ ਵੀ ਚੀਜ਼ ਹੈ, ਅਸੀਂ ਉਹਨੂੰ ਆਪਣੇ ਬੋਰਡਾਂ 'ਤੇ ਸਾਰਿਆਂ 'ਤੇ ਪੰਜਾਬੀ ਭਾਸ਼ਾ ਦੇ ਵਿੱਚ ਉੱਪਰਲੇ ਪਾਸੇ ਲਿਖਾਉਣ ਬਾਰੇ ਇੱਕ ਬੇਨਤੀ ਕੀਤੀ ਸੀ। ਪੰਜਾਬ ਸਰਕਾਰ ਵੱਲੋਂ ਅਪੀਲ ਜਾਰੀ ਕੀਤੀ ਗਈ ਹੈ ਅਤੇ ਉਸ ਅਪੀਲ ਨੂੰ ਲੈ ਕੇ ਅਸੀਂ ਚੇਤਨਾ ਰੈਲੀ ਕੱਢੀ। ਦੂਸਰਾ, ਅੱਜ ਮਾਂ ਬੋਲੀ ਦਾ ਪਵਿੱਤਰ ਦਿਹਾੜਾ ਹੈ। ਉਹਦੇ ਲਈ ਅੱਜ ਦੇ ਸਮਾਗਮ ਦੇ ਨਾਲ ਇਹ ਹਿੱਸਾ ਰੱਖਿਆ ਗਿਆ ਸੀ ਅਸੀਂ ਵੀ ਬਾਕੀ ਸਮਾਗਮ ਜਿਵੇਂ ਅਸੀਂ ਅੱਜ ਅੱਛੇ ਵਿਸ਼ਿਆਂ 'ਤੇ ਗੱਲਬਾਤ ਕਰਾਂਗੇ, ਮਾਂ ਬੋਲੀ ਦੀ ਕੀ ਸਥਿਤੀ ਹੈ, ਕੀ ਚੁਣੌਤੀਆਂ ਨੇ, ਸਾਨੂੰ ਕੀ ਕੀ ਕਰਨ ਦੀ ਲੋੜ ਹੈ, ਉਹਦੇ ਬਾਰੇ ਵੀ ਅਸੀਂ ਇੱਕ ਵੱਖਰੇ ਸੈਮੀਨਾਰ 'ਚ ਗੱਲ ਕੀਤੀ ਜਾਊਗੀ। ਪਰ ਇਹ ਜਿਹੜੇ ਅੱਜ ਅਸੀਂ ਮਾਂ ਬੋਲੀ ਦੇ ਪਵਿੱਤਰ ਦਿਹਾੜੇ 'ਤੇ ਇੱਕ ਚੇਤਨਾ ਰੈਲੀ ਕੱਢੀ ਹੈ, ਇਹ ਲੋਕਾਂ ਨੂੰ ਨਾਲ ਜੋੜਿਆ ਗਿਆ, ਲੋਕਾਂ ਦੇ ਨਾਲ ਮਿਲ ਕੇ ਗੱਲਬਾਤ ਕੀਤੀ ਗਈ ਹੈ ਔਰ ਅਪੀਲ ਲੋਕਾਂ ਤੱਕ ਪਹੁੰਚਾਈ ਗਈ ਹੈ। ਅੱਜ ਦੀ ਇਸ ਚੇਤਨਾ ਰੈਲੀ ਦੇ ਵਿੱਚ ਇਸ ਦਾ ਹਿੱਸਾ ਬਣਨ ਵਾਲੇ ਹੋਰ ਵੀ ਸ਼ਖਸੀਅਤਾਂ ਸਾਡੇ ਨਾਲ ਨੇ। ਮੈਮ ਪ੍ਰਭਜੋਤ ਕੌਰ, ਮੈਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਮ, ਜਿਹੜੇ ਇਹ ਦਿਨ ਹੁੰਦੇ ਨੇ, ਜਿਹੜੇ ਮਿਥੇ ਜਾਂਦੇ ਨੇ, ਹੈ ਨਾ, ਚਾਹੇ ਆ ਮਾਂ ਬੋਲੀ ਨੂੰ ਲੈ ਕੇ ਸਮਰਪਿਤ ਇਹ ਦਿਨ, ਇਹਨਾਂ 'ਤੇ ਜੋ ਆਪਾਂ ਕਾਰਜ ਕਰਦੇ ਹਾਂ ਉਹ ਕਿੰਨਾ ਕੁ ਅਸਰ ਰੱਖਦੇ ਨੇ? ਬਹੁਤ ਅਸਰ ਕਰਦੇ ਆ। ਹੁਣ ਅਸੀਂ ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਇੱਥੋਂ ਤੱਕ ਚੇਤਨਾ ਰੈਲੀ ਕੱਢੀ ਹੈ। ਭਾਸ਼ਾ ਵਿਭਾਗ ਜਿਹੜਾ ਹੈਗਾ ਦਫ਼ਤਰ, ਇਹਨਾਂ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਅੱਜ ਕੀਤਾ ਗਿਆ ਅਤੇ ਮੈਂ ਇਹਦਾ ਹਿੱਸਾ ਬਣਨ ਦੇ ਵਿੱਚ ਆਪਣਾ ਮਾਣ ਮਹਿਸੂਸ ਕੀਤਾ। ਅਤੇ ਜਦੋਂ ਅਸੀਂ ਉੱਧਰੋਂ ਰੈਲੀ ਕੱਢ ਕੇ ਆ ਰਹੇ ਸੀ, ਚੇਤਨਾ ਮਾਰਚ ਕੱਢ ਕੇ ਆ ਰਹੇ ਸੀ, ਤਾਂ ਬਹੁਤ ਲੋਕਾਂ ਨੇ ਰਸਤੇ ਦੇ ਵਿੱਚ ਐਪਰੀਸ਼ੀਏਟ ਕੀਤਾ, ਰੁਕ ਰੁਕ ਕੇ ਦੇਖਿਆ ਕਿ ਅਸੀਂ ਕੀ ਕਰ ਰਹੇ ਹਾਂ। ਅਤੇ ਮੈਂ ਸਮਝਦੀ ਹਾਂ ਇਹਦੇ ਨਾਲ ਇੱਕ ਜਿਹੜੀ ਸਾਡੀ ਮਾਂ ਬੋਲੀ ਹੈ, ਪੰਜਾਬੀ ਬੋਲੀ ਹੈ, ਇਹਨੂੰ ਬਹੁਤ ਵੱਡਾ ਹੁਲਾਰਾ ਮਿਲਿਆ। ਅਤੇ ਅੱਜ ਦਾ ਜਿਹੜਾ ਇਹ ਚੇਤਨਾ ਰੈਲੀ ਹੈਗੀ ਹੈ, ਇਹਦੇ ਨਾਲ ਮੋਹਾਲੀ ਦੇ ਵਿੱਚ ਇੱਕ ਬਹੁਤ ਵਧੀਆ ਮੈਸੇਜ ਜਿਹੜਾ ਹੈਗਾ ਉਹ ਲੋਕਾਂ ਤੱਕ ਗਿਆ। ਅਤੇ ਇਹਦੇ ਨਾਲ ਹੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੇਸ਼ ਵਿਦੇਸ਼ ਵਸੇ ਪੰਜਾਬੀਆਂ ਨੂੰ ਅੱਜ ਦੇ ਮਾਂ ਬੋਲੀ ਦੇ ਦਿਵਸ ਦੀ ਬਹੁਤ ਬਹੁਤ ਵਧਾਈ ਦੇਣਾ ਚਾਹੁੰਦੀ ਹਾਂ। ਜਿਹੜਾ ਸਰਕਾਰ ਵੱਲੋਂ ਵੀ ਕਿਹਾ ਗਿਆ ਕਿ ਅਲੱਗ-ਅਲੱਗ ਜਿਹੜੇ ਆਪਣੇ ਬੋਰਡ ਨੇ ਉਹ ਪੰਜਾਬੀ ਦੇ ਵਿੱਚ ਲਿਖੇ ਜਾਣ, ਤਾਂ ਉਹਦੇ ਨਾਲ ਕਿੰਨਾ ਕੁ ਫਰਕ ਪਊਗਾ, ਕਿੰਨਾ ਕੁ ਅਮਲ 'ਚ ਆ ਰਹੀਆਂ ਨੇ ਚੀਜ਼ਾਂ? ਦੇਖੋ, ਅਗਰ ਮੈਂ ਆਪਣੇ ਪਰਸਨਲ ਸੁਝਾਅ ਦੀ ਗੱਲ ਕਰਾਂ ਤਾਂ ਜਦੋਂ ਵੀ ਮੈਂ ਕਿਸੇ ਦੂਸਰੀ ਸਟੇਟ ਦੇ ਵਿੱਚ ਜਾਂਦੀ ਸੀ, ਮੈਨੂੰ ਬੜਾ ਵਧੀਆ ਲੱਗਦਾ ਸੀ ਕਿ ਉੱਥੇ ਉਹਨਾਂ ਨੇ ਆਪਣੀ ਮਾਂ ਬੋਲੀ ਦੇ ਵਿੱਚ ਬੋਰਡ ਲਿਖੇ ਹੁੰਦੇ ਸੀ। ਭਾਵੇਂ ਸਾਨੂੰ ਸਮਝ ਵਿੱਚ ਨਹੀਂ ਸੀ ਆਉਂਦੇ, ਬਟ ਉਹਨਾਂ ਦਾ ਆਪਣੀ ਮਾਂ ਬੋਲੀ ਲਈ ਪਿਆਰ ਉਹ ਚੀਜ਼ ਦਰਸਾਉਂਦੀ ਸੀ। ਅਤੇ ਮੈਨੂੰ ਪੰਜਾਬ ਦੇ ਵਿੱਚ ਇਹ ਚੀਜ਼ ਬੜੀ ਖਲਦੀ ਸੀ ਕਿ ਅਸੀਂ ਇੰਗਲਿਸ਼ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਹਾਂ ਅਤੇ ਅਸੀਂ ਉਹਦੇ ਵਿੱਚ ਮਾਣ ਮਹਿਸੂਸ ਕਰਦੇ ਹਾਂ ਅੰਗਰੇਜ਼ੀ ਬੋਲਣ ਦੇ ਵਿੱਚ, ਅਤੇ ਅਸੀਂ ਉਹਨੂੰ ਇੱਕ ਸਟੇਟਸ ਸਿੰਬਲ ਮੰਨ ਕੇ ਜਿਹੜਾ ਚੱਲਦੇ ਹਾਂ। ਇਹ ਜੋ ਹੁਣ ਪੰਜਾਬ ਦੇ ਵਿੱਚ ਸਰਕਾਰ ਨੇ ਇਹ ਜੋ ਮੁਹਿੰਮ ਵਿੱਢੀ ਹੈ, ਮੈਂ ਸਮਝਦੀ ਹਾਂ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ, ਅਤੇ ਅਸੀਂ ਸਾਰੇ ਇਹਦੇ ਵਿੱਚ ਉਹਨਾਂ ਨੂੰ ਵੱਧ ਚੜ੍ਹ ਕੇ ਆਪਣਾ ਸਹਿਯੋਗ ਦੇਵਾਂਗੇ।
ਬਿਲਕੁਲ ਜੀ, ਸਾਡੇ ਨਾਲ ਸਰ ਵੀ ਮੌਜੂਦ ਨੇ। ਸਰ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਵਧਾਈਆਂ ਮਾਂ ਬੋਲੀ ਦਿਵਸ ਦੀਆਂ। ਥੈਂਕ ਯੂ ਬੇਟੇ, ਥੈਂਕ ਯੂ। ਸਾਰੇ ਸੰਸਾਰ ਨੂੰ ਅੱਜ ਦੇ ਦਿਨ ਤੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਤੁਸੀਂ ਕਿਵੇਂ ਵੇਖਦੇ ਹੋ ਅੱਜ ਦੇ ਦਿਨ ਨੂੰ, ਜਿਹੜਾ ਅੱਜ ਤੁਸੀਂ ਰੈਲੀ ਚੇਤਨਾ ਰੈਲੀ ਕੱਢੀ ਆ? ਬੇਟੇ ਮੈਂ ਤੇ ਐਟ ਦਿਸ ਏਜ ਐਂਡ ਸਟੇਜ ਮੈਂ ਦੇਖਿਆ ਵੀ ਪੈਦਾਇਸ਼ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਪਿਆਰ ਵੀ ਮਾਂ ਕੋਲੋਂ ਮਿਲਦਾ ਹੈ ਤੇ ਪਹਿਲੀ ਸਿੱਖਿਆ ਵੀ ਮਾਂ ਕੋਲੋਂ ਮਿਲਦੀ ਹੈ। ਉਹ ਬੋਲੀ ਜਿਹੜੀ ਵਿੱਚ ਅਸੀਂ ਸਿੱਖਿਆ ਮਾਂ ਨੇ ਦਿੱਤੀ ਹੈ ਔਰ ਪਿਆਰ ਜਿਹੜਾ ਦਿੱਤਾ ਹੈ ਨਾ, ਇਸ ਕਰਕੇ ਇਹਨੂੰ ਮਾਂ ਬੋਲੀ ਕਿਹਾ ਜਾਂਦਾ। ਇਹਦਾ ਸਤਿਕਾਰ ਕਰਨਾ ਚਾਹੀਦਾ, ਇਹਨੂੰ ਕਦੇ ਸਾਰੀ ਜ਼ਿੰਦਗੀ ਭੁੱਲਣਾ ਨਹੀਂ ਚਾਹੀਦਾ। ਇਸੇ ਹੀ ਕਰਕੇ ਇਹਨੂੰ ਅਵੇਅਰਨੈਸ ਵਾਸਤੇ ਬਾਰ-ਬਾਰ ਕਰਨ ਵਾਸਤੇ ਅਸੀਂ ਇਹਦਾ ਅੱਜ ਦਿਨ ਰੱਖਿਆ, ਜਿਹੜਾ 21 ਫਰਵਰੀ ਨੂੰ ਚੇਤਨਾ ਮਾਰਚ ਦੇ ਰੂਪ ਵਿੱਚ ਅਸੀਂ ਇਹਨੂੰ ਕੱਢਿਆ। ਬਾਕੀ ਐਜੂਕੇਸ਼ਨ ਵੇਖ ਕੇ ਦੇਖੋ, ਜਿਹੜੀ ਆਉਂਦੇ ਆ ਸਾਨੂੰ ਵੇਖਿਆ ਲੋਕਾਂ ਨੇ, ਐਜੂਕੇਸ਼ਨ ਇਜ਼ ਥਰੂ ਆਈਜ਼ ਆਲਸੋ। ਲੋਕਾਂ ਨੇ ਬੋਰਡ ਪੜ੍ਹ ਲਏ, ਉਹ ਵੀ ਚੇਤਨਾ ਹੋ ਗਈ ਵੀ ਯੈਸ ਇੰਪੋਰਟੈਂਟ ਹੈਗਾ। ਸੋ ਇਸੇ ਹੀ ਤਰ੍ਹਾਂ ਬੰਦਾ ਕੁਝ ਐਕਸਪੀਰੀਅੰਸ ਕਰਕੇ ਸਿੱਖਦਾ, ਕੁਝ ਇੰਸਟੀਚਿਊਟ ਤੋਂ ਸਿੱਖਦਾ, ਪਰ ਪਹਿਲੀ ਸਿੱਖਿਆ ਮਾਂ ਤੋਂ ਹੁੰਦੀ ਹੈ। ਤਾਂ ਮਾਂ ਬੋਲੀ ਇਜ਼ ਵੈਰੀ ਵੈਰੀ ਇੰਪੋਰਟੈਂਟ। ਜੀ ਸ਼ੁਕਰੀਆ। ਸਾਡੇ ਨਾਲ ਸਰ ਹੋਰ ਨੇ। ਸਰ ਕਿਉਂ ਲੋੜ ਹੈਗੀ ਆ ਇਹੋ ਜਿਹੀਆਂ ਰੈਲੀਆਂ ਕੱਢਣ ਦੀ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਪੰਜਾਬੀ ਮਾਂ ਬੋਲੀ ਦਿਵਸ ਦੇ ਉੱਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਤੇ ਨਾਲ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਸਾਨੂੰ ਸਾਰਾ ਜਿਹੜਾ ਆਪਣਾ ਕੰਮ ਹੈ ਉਹ ਪੰਜਾਬੀ ਦੇ ਵਿੱਚ ਹੀ ਕਰਨਾ ਚਾਹੀਦਾ ਹੈ ਔਰ ਪੰਜਾਬੀ ਬੋਲਣੀ ਚਾਹੀਦੀ, ਲਿਖਣੀ ਚਾਹੀਦੀ ਹੈ ਔਰ ਪੜ੍ਹਨੀ ਚਾਹੀਦੀ ਹੈ ਔਰ ਵੱਧ ਤੋਂ ਵੱਧ ਹਰ ਇੱਕ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਇਸ ਭਾਸ਼ਾ ਦਾ ਪ੍ਰਯੋਗ ਕਰੀਏ ਔਰ ਲੋਕਾਂ ਦੇ ਵਿੱਚ ਇਹ ਮੈਸੇਜ ਪਹੁੰਚਾਈਏ ਕਿ ਅਸੀਂ ਆਪਣੀ ਮਾਂ ਬੋਲੀ ਦੇ ਵਿੱਚ ਹੀ ਇਹਨੂੰ ਵੱਧ ਤੋਂ ਵੱਧ ਪੂਰੇ ਸੰਸਾਰ ਤੱਕ ਇਹਨੂੰ ਲੈ ਕੇ ਜਾਈਏ। ਜੀ ਜੀ ਸ਼ੁਕਰੀਆ। ਅਤੇ ਇਸ ਤੋਂ ਅੱਗੇ ਦੀ ਜਿਹੜੇ ਪ੍ਰੋਗਰਾਮ ਦੀ ਜਾਣਕਾਰੀ ਸਾਨੂੰ ਬੋਹਾ ਸਰ ਦੇਣਗੇ। ਹਾਂਜੀ, ਇਸ ਤੋਂ ਅੱਗੇ ਇਸ ਚੇਤਨਾ ਰੈਲੀ ਤੋਂ ਬਾਅਦ ਹੁਣ ਸਾਡਾ ਜਿਹੜਾ ਸੈਕੰਡ ਕੰਮ ਹੈਗਾ, ਦੂਸਰੇ ਪੱਧਰ 'ਤੇ ਕੰਮ ਕਰਨ ਜਾ ਰਿਹਾ, ਉਹ ਸਾਡਾ ਪੰਜਾਬੀ ਭਾਸ਼ਾ ਨੂੰ ਲੈ ਕੇ, ਕਿਉਂਕਿ ਅੱਜ ਕੰਪਿਊਟਰ ਦਾ ਯੁੱਗ ਹੈ, ਤਕਨੀਕ ਦਾ ਯੁੱਗ ਹੈ। ਤਕਨੀਕ ਦੇ ਯੁੱਗ ਦੇ ਵਿੱਚ ਸਾਡੀ ਭਾਸ਼ਾ ਪੰਜਾਬੀ ਲਈ ਕਿਹੜੀਆਂ ਸਮੱਸਿਆਵਾਂ ਨੇ, ਸਾਨੂੰ ਕੀ ਕਰਨ ਦੀ ਲੋੜ ਹੈ, ਕੀ ਚੁਣੌਤੀਆਂ ਸਾਡੇ ਸਾਹਮਣੇ ਨੇ, ਉਹਨਾਂ ਦੇ ਲਈ ਇੱਕ ਸੈਮੀਨਾਰ ਰੱਖਿਆ ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ CP ਕੰਪੋਜ਼ ਹੋਰਾਂ ਦਾ ਇੱਕ ਲੈਕਚਰ ਵੀ ਹੈ ਔਰ ਪ੍ਰੈਕਟੀਕਲ ਕੁਝ ਗੱਲਾਂ ਜਿਹੜੀਆਂ ਐਪਸ ਵਗੈਰਾ ਹੈਗੀਆਂ ਨੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਊਗੀ ਅਤੇ ਅਸੀਂ ਕੁਝ ਉਹਨਾਂ ਬਾਰੇ ਡਿੱਠ ਕੇ ਗੱਲਬਾਤ ਕਰ ਸਕਾਂਗੇ। ਅਤੇ ਹੋਰ ਸਾਡੇ ਜਿਹੜੇ ਵਿਦਵਾਨ ਦੋਸਤ ਨੇ ਹੈਗੇ ਆਏ ਹੋਏ, ਜਿਵੇਂ ਡਾਕਟਰ ਸ਼ਿੰਦਰਪਾਲ ਨੇ, ਸਾਬਕਾ ਰਜਿਸਟਰਾਰ ਨੇ, ਉਹ ਪੰਜਾਬੀ ਭਾਸ਼ਾ ਬਾਰੇ ਵਰਤਮਾਨ ਸਥਿਤੀ ਤੇ ਚੁਣੌਤੀਆਂ 'ਤੇ ਗੱਲਬਾਤ ਕਰਨਗੇ। ਇਸ ਤਰੀਕੇ ਨਾਲ ਗੱਲਬਾਤ ਸਾਡੀ ਅੱਜ ਦੇ ਦਿਹਾੜੇ ਦੇ ਵਿਸ਼ੇ ਨੂੰ, ਇਸ ਦਿਹਾੜੇ ਨੂੰ ਮਨਾ ਕੇ ਅਸੀਂ ਚੱਲਾਂਗੇ। ਜੀ ਬਿਲਕੁਲ। ਪ੍ਰੋਗਰਾਮ ਸਾਹਿਤਕ ਤੰਦਾਂ ਵਿੱਚ ਮੈਂ ਅਕਸਰ ਸਾਹਿਤ ਦੀ ਗੱਲ ਕਰਦਾ, ਪਰ ਸਾਹਿਤ ਰਚਿਆ ਜਾਂਦਾ, ਰਚਣ ਲਈ ਵੀ ਭਾਸ਼ਾ ਦੀ ਬੋਲੀ ਦੀ ਲੋੜ ਹੁੰਦੀ ਆ। ਪੰਜਾਬੀ ਬੋਲੀ, ਕੋਈ ਵੀ ਸਮਾਜ ਹੁੰਦਾ ਉਹਦੇ ਵਿੱਚ ਜਿਹੜੀ ਭਾਸ਼ਾ ਹੁੰਦੀ ਆ ਉਹ ਰੀੜ੍ਹ ਦੀ ਹੱਡੀ ਹੁੰਦੀ ਆ। ਸੋ ਭਾਸ਼ਾ ਦਾ ਸਤਿਕਾਰ ਬਹੁਤ ਜ਼ਰੂਰੀ ਆ, ਭਾਸ਼ਾ ਨਾਲ ਪਿਆਰ ਬਹੁਤ ਜ਼ਰੂਰੀ ਆ, ਤਾਂ ਹੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਅਸੀਂ ਆਪਣਾ ਵਿਰਸਾ, ਆਪਣਾ ਸੱਭਿਆਚਾਰ, ਆਪਣਾ ਇਤਿਹਾਸ ਉਹਨਾਂ ਦੇ ਹਵਾਲੇ ਕਰ ਸਕਾਂਗੇ, ਉਹਨਾਂ ਨੂੰ ਸੰਭਾਲ ਸਕਾਂਗੇ। ਸਾਡੇ ਨਾਲ ਨੌਜਵਾਨ ਨੇ ਜਿਨ੍ਹਾਂ ਨੇ ਅੱਜ ਚੇਤਨਾ ਰੈਲੀ ਕੱਢੀ ਆ ਮਾਂ ਬੋਲੀ ਦਿਵਸ ਦੇ ਉੱਤੇ, ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਉਹਨਾਂ ਤੋਂ ਕਿ ਕੀ ਸੋਚਦੇ ਨੇ ਉਹ ਮਾਂ ਬੋਲੀ ਬਾਰੇ, ਅਤੇ ਅੱਜ ਚੇਤਨਾ ਰੈਲੀ ਕੱਢ ਕੇ ਕਿੱਦਾਂ ਦਾ ਉਹ ਫੀਲ ਕਰ ਰਹੇ ਨੇ, ਮਹਿਸੂਸ ਕਰ ਰਹੇ ਨੇ। ਪੰਜਾਬੀ ਬੋਲਣ ਦੀ ਕੋਸ਼ਿਸ਼ ਕਰੂੰਗਾ ਜ਼ਿਆਦਾਤਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਹਿਲਾਂ ਤਾਂ ਤੁਹਾਡਾ ਨਾਂ ਜੀ? ਮੇਰਾ ਨਾਮ ਜਸ਼ਨਪ੍ਰੀਤ ਕੌਰ ਹੈ। ਜਸ਼ਨ, ਅੱਜ ਤੁਸੀਂ ਰੈਲੀ ਕੱਢੀ ਆ ਤਾਂ ਕਿਵੇਂ ਲੱਗ ਰਿਹਾ, ਕੀ ਮਤਲਬ ਮਹਿਸੂਸ ਕਰਿਆ ਆਉਂਦਿਆਂ ਨੇ ਰਾਹ 'ਚ? ਅਸੀਂ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਹੈ। ਸੁਹਾਣਾ ਗੁਰਦੁਆਰਾ ਸਾਹਿਬ ਤੋਂ ਅਸੀਂ ਰੈਲੀ ਕੱਢੀ ਹੈ ਅਤੇ ਲੋਕ ਸਾਨੂੰ ਖੜ ਕੇ ਦੇਖ ਰਹੇ ਸੀਗੇ। ਬਹੁਤ ਉਹਨਾਂ ਨੇ ਸਾਨੂੰ ਸ਼ਲਾਘਾ ਕੀਤੀ ਹੈ ਸਾਡੇ ਇਸ ਕੰਮ ਦੀ। ਅੱਛਾ, ਤੁਹਾਨੂੰ ਸੰਗ ਜੀ ਨਹੀਂ ਲੱਗੀ? ਜਿਵੇਂ ਮੈਂ ਅੱਜ ਪਹਿਲਾਂ ਵੇਖਦਾ ਸੀਗਾ ਨਾ, ਕਈ ਪੰਜਾਬੀ ਬੋਲਣ ਵਾਲਿਆਂ ਨੂੰ ਐਂ ਸਮਝਿਆ ਜਾਂਦਾ ਹੈ ਨਾ, ਤਾਂ ਤੁਸੀਂ ਕਿੱਦਾਂ ਲੱਗਿਆ ਤੁਹਾਨੂੰ? ਨਹੀਂ ਜੀ, ਸਾਨੂੰ ਬਿਲਕੁਲ ਵੀ ਸੰਗ ਨਹੀਂ ਲੱਗੀ। ਪੰਜਾਬੀ ਮਾਂ ਬੋਲੀ ਆਪਣੀ ਬੋਲੀ ਬੋਲਣ ਲੱਗੇ, ਕਿਹੜੀ ਸੰਗ ਹੈ? ਅੱਛਾ, ਅੱਜ ਕੱਲ੍ਹ ਨਾ ਜਿਹੜਾ ਹੁਣ ਟਰੈਂਡ ਚੱਲ ਰਿਹਾ ਹੈਗਾ, ਚੁੰਨੀਆਂ ਦੇ ਉੱਤੇ ਕਢਾਈ ਹੁੰਦੀ ਆ, ਗੁਰਮੁਖੀ ਦੇ ਅੱਖਰ ਉੱਕਰੇ ਹੁੰਦੇ ਆ, ਝੋਲਿਆਂ ਦੇ ਉੱਤੇ, ਬਸਤਿਆਂ ਦੇ ਉੱਤੇ ਬਣੇ ਹੁੰਦੇ ਆ। ਅੱਜ ਕੱਲ੍ਹ ਬੜਾ ਫਕਰ ਨਾਲ, ਮਾਣ ਨਾਲ ਬੱਚੇ ਕਹਿੰਦੇ ਨੇ ਵੀ ਹਾਂ ਪੰਜਾਬੀ ਬੋਲਣੀ ਆ, ਪੰਜਾਬੀ ਲਿਖਣੀ ਆ। ਅੱਛਾ, ਘਰੇ ਪੰਜਾਬੀ ਬੋਲਦੇ ਹੋ? ਹਾਂਜੀ, ਅਸੀਂ ਘਰੇ ਪੰਜਾਬੀ ਬੋਲਦੇ ਹਾਂ। ਲਿਖਦੇ ਹੀ ਪੰਜਾਬੀ ਹੋ? ਹਾਂਜੀ, ਅਸੀਂ ਪੰਜਾਬੀ ਹੀ ਲਿਖਦੇ। ਜਦੋਂ WhatsApp 'ਤੇ ਮੈਸੇਜ ਟਾਈਪ ਕਰਦੇ ਹੋ ਪੰਜਾਬੀ 'ਚ ਕਰਦੇ ਹੋ? ਹਾਂਜੀ, ਜਿਨ੍ਹਾਂ ਨੂੰ ਪੰਜਾਬੀ ਨਹੀਂ, ਮਤਲਬ ਕਿ ਜਿਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ, ਉਹਨਾਂ ਨੂੰ ਅਸੀਂ ਪੰਜਾਬੀ ਵਿੱਚ ਮੈਸੇਜ। ਕਿਤੇ ਰੋਮਨ ਦੇ ਵਿੱਚ ਤਾਂ ਨਹੀਂ ਪੰਜਾਬੀ ਲਿਖ ਰਹੇ? ਨਹੀਂ ਜੀ। ਹਾਂਜੀ, ਰੋਮਨ 'ਚ ਕਿਹੜਾ ਪੰਜਾਬੀ ਲਿਖਦਾ? ਨਹੀਂ, ਸਾਰੇ ਮੁੱਕਰ ਜਾਣਗੇ। ਵੈਸੇ ਲਿਖਦੇ ਤਾਂ ਰੋਮਨ ਦੇ ਵਿੱਚ ਹੀ ਆ, ਹੈ ਨਾ ਜੀ? ਸਾਰੇ ਲਿਖਦੇ ਆ। ਹਾਂਜੀ ਹਾਂਜੀ। ਸੋ ਕੋਸ਼ਿਸ਼ ਗੁਰਮੁਖੀ ਵਾਲਾ ਕੀਪੈਡ ਕੀਤਾ ਹੋਇਆ ਸੀ, ਉਹਦੇ ਵਿੱਚ ਲਿਖਦੇ ਜੀ। ਹਾਂ, ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਉੱਥੇ ਵੀ
ਪੰਜਾਬੀ ਵਿੱਚ ਹੀ ਲਿਖੋ, ਲਿਪੀ ਵੀ ਪੰਜਾਬੀ ਹੋਣੀ ਚਾਹੀਦੀ ਆ। ਸਭ ਤੋਂ ਸੋਹਣਾ ਫੁੱਲ ਗੁਲਾਬੀ, ਉੱਤਮ ਮਾਂ ਬੋਲੀ ਪੰਜਾਬੀ। ਕਿੱਦਾਂ ਲੱਗ ਰਿਹਾ ਅੱਜ ਮਾਂ ਬੋਲੀ ਤੇ ਤੁਸੀਂ ਇਦਾਂ ਚੇਤਨਾ ਰੈਲੀ ਕੱਢੀ ਆ? ਸਰ ਬਹੁਤ ਵਧੀਆ ਲੱਗਿਆ ਇਹ ਮਾਂ ਬੋਲੀ ਦਿਵਸ ਤੇ। ਕੀ ਕਹਿਣਾ ਚਾਹੋਗੇ ਸਾਰੀ ਦੁਨੀਆ ਨੂੰ? ਅਸੀਂ ਤਾਂ ਇਹੀ ਕਹਿਣਾ ਚਾਹਾਂਗੇ, ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਵਧੋ ਫੁੱਲੋ। ਅੱਛਾ, ਤੁਸੀਂ ਮੈਨੂੰ ਇਹ ਲੱਗ ਰਿਹਾ ਵੀ ਇਹ ਤੁਹਾਡੀ ਜਿਹੜੀ ਏਰੀਏ ਦੀ ਬੋਲੀ ਆ ਉਹ ਕਿਹੜੀ ਆ? ਸਾਡੀ ਪੁਆਧੀ। ਪੁਆਧੀ ਆ। ਦੇਖੋ ਮਾਂ ਬੋਲੀ ਦਾ ਜਿਹੜਾ ਹੁਸਨ ਆ ਨਾ ਉਹ ਬੜਾ ਅਲੱਗਾ, ਬੜਾ ਵਿਲੱਖਣ ਆ। ਇਹਦੇ ਵਿੱਚ ਪੁਆਧੀ ਵੀ ਆ, ਦੁਆਬੀ ਵੀ ਆ, ਮਲਵਈ ਵੀ ਆ। ਸੋ ਇਹ ਥੋੜ੍ਹਾ ਜਿਹਾ ਆਪਣੀ ਪੁਆਧੀ ਦੇ ਵਿੱਚ ਕੁਝ ਬੋਲਿਓ, ਸਾਰਿਆਂ ਨੂੰ ਅਪੀਲ ਕਰੋ ਵੀ ਥਾਵੇਂ ਮੈਂ ਕਹਾਂ ਕਿ ਭਾਈ ਪੰਜਾਬੀ ਮਾਂ ਹੀ ਗੱਲ ਕਰੋ, ਕੁਝ ਇੱਦਾਂ ਇਹ ਬੋਲੇ ਇੱਦਾਂ ਹੀ ਹਾਂ। देखो जी, हमें जे बाहर जहाँ यहाँ लागे चंडीगढ़ है ना जी, कई लोग फिर समझा भी वो हिंदी बोल रहा, कहाँ से आया, किहड़े इलाके में आया। मानू तो आन जान जे समझा भी हमारा है तो इलाका पुआधी है जी। मैं सब यही कहा भी वो पुआधी है ना जी बोली, वो कोई हिंदी नहीं हैगी, वो भी पंजाब की उप बोली है जी, इस करके जी बस। ਦਰਅਸਲ ਪੁਆਧੀ ਦਾ ਬਹੁਤ ਅਸਰ ਹੈ ਗੁਰਬਾਣੀ ਦੇ ਵਿੱਚ ਵੀ, ਜਿੱਥੇ ਜਿਵੇਂ ਕੀ ਤੇ ਕਾ ਵਰਤਦੇ ਆ ਨਾ, ਉਹ ਪੁਆਧੀ ਦਾ ਅਸਰ ਹੈਗਾ। ਵਾਹਿਗੁਰੂ ਜੀ ਕਾ ਖਾਲਸਾ ਕਹਿੰਦੇ ਆ, ਹੈ ਨਾ। ਸੋ ਹੋਰ ਵੀ ਹੈਗਾ ਕੋਈ ਪੁਆਧ ਤੋਂ, ਮਾਲਵੇ ਤੋਂ, ਸਾਰੇ ਪੁਆਧ? ਫਿਰ ਤੁਸੀਂ ਪੁਆਧੀ ਦੀ ਕਦੋਂ ਨਹੀਂ ਗੱਲ ਕਰੀ? ਨਹੀਂ, ਮੈਨੂੰ ਪੁਆਧੀ ਮੈਂ ਜਿੱਦਾਂ ਸਾਡੇ ਘਰ ਬੋਲਦੇ ਆ ਉਦਾਂ ਹੀ ਬੋਲਦੀ ਹਾਂ ਮੈਂ। ਵਿਸ਼ਵ ਮਾਂ ਬੋਲੀ ਦਿਵਸ ਤੇ ਅੱਜ ਅਸੀਂ ਸਾਹਿਤਕ ਤੰਨਾ ਪ੍ਰੋਗਰਾਮ ਬਾਹਰ ਕਰ ਰਹੇ ਹਾਂ। ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਸੰਸਥਾਵਾਂ ਵੱਲੋਂ ਉਪਰਾਲੇ ਵਿੱਢੇ ਹੋਏ ਨੇ ਮਾਂ ਬੋਲੀ ਨੂੰ ਲੈ ਕੇ, ਪ੍ਰਚਾਰ ਲਈ, ਪ੍ਰਸਾਰ ਲਈ, ਜਾਗਰੂਕਤਾ ਲਈ, ਚੇਤਨਾ ਲਈ ਇਕੱਠੇ ਹੋਏ ਨੇ ਅਲੱਗ-ਅਲੱਗ ਥਾਵਾਂ ਤੇ। ਸੋ ਉਸੇ ਦੇ ਤਹਿਤ ਹੁਣ ਅਸੀਂ ਪਹੁੰਚੇ ਹੋਏ ਹਾਂ ਜਿੱਥੇ ਬੜੇ ਹੀ ਦਾਨਿਸ਼ਵਰ ਸੱਜਣ ਸਾਡੇ ਨਾਲ ਨੇ। ਪੰਡਿਤ ਰਾਓ ਜੀ ਸਾਡੇ ਨਾਲ ਨੇ ਤੇ ਇਹਨਾਂ ਬਾਰੇ ਤੁਹਾਨੂੰ ਪਤਾ ਹੈ ਕਿ ਅਕਸਰ ਇਹ ਪੰਜਾਬ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਬਹੁਤ ਹੀ ਕਹਿ ਲਓ ਵੀ ਬੋਰਡ ਲੈ ਕੇ ਜਗ੍ਹਾ ਜਗ੍ਹਾ ਜਾਂਦੇ ਨੇ, ਕਹਿੰਦੇ ਨੇ ਪੰਜਾਬੀ ਬੋਲੋ, ਪੰਜਾਬੀ ਸਿੱਖੋ। ਤਾਂ ਪੰਡਿਤ ਰਾਓ ਜੀ, ਪਹਿਲਾਂ ਤਾਂ ਤੁਹਾਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਪੰਡਿਤ ਰਾਓ ਜੀ, ਅੱਜ ਇੱਥੇ ਆਏ ਹੋ ਤੇ ਅੱਜ ਮਾਂ ਬੋਲੀ ਦਿਹਾੜਾ ਹੈਗਾ ਵਿਸ਼ਵ, ਤੇ ਇਹਦੇ ਕੀ ਕਹਿਣਾ ਚਾਹੋਗੇ? ਸਾਰਿਆਂ ਨੂੰ ਪਵਿੱਤਰ ਪੰਜਾਬੀ ਭਾਸ਼ਾ ਬੋਲਣ ਵਾਲੇ ਨੂੰ ਮਾਂ ਬੋਲੀ ਦਿਹਾੜੇ ਤੇ ਬਹੁਤ ਬਹੁਤ ਸ਼ੁਭਕਾਮਨਾਵਾਂ। ਮੈਨੂੰ ਲੱਗਦਾ ਹੈ ਇਸ ਭਾਸ਼ਾ ਦੀ ਗੁਣਗਾਨ ਕਰਦੇ ਹੋਏ ਜੇਕਰ ਕਰੋਗੇ ਤੁਹਾਡੀ ਤਰੱਕੀ ਜ਼ਰੂਰ ਹੋਏਗੀ। ਸਾਰੇ ਲਈ ਮੈਂ ਸ਼ੁਭਕਾਮਨਾਵਾਂ ਦੇਵਾਂਗਾ। ਆਪਣੀ ਮਾਂ ਬੋਲੀ ਬਾਰੇ ਜੀ, ਤੁਹਾਡੀ ਆਪਣੀ ಮಾਂ बोली ಬಾರೆ ನನ್ನ ತಾಯಿಯ ಭಾಷೆ ಕನ್ನಡ. ಈ ಕನ್ನಡದಲ್ಲಿ ನಿಮಗೆಲ್ಲರಿಗೂ ತಾಯಿ ಭಾಷೆಯ ಶುಭಾಶಯಗಳು ನಿಮಗೆಲ್ಲರಿಗೂ. ਇਸ ਦਾ ਭਾਵ ਹੈ ਕਿ ਮਾਂ ਬੋਲੀ ਦਿਹਾੜੇ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਜੀ, ਹੁਣ ਤੁਸੀਂ ਵੀ ਪ੍ਰੋਪਰ ਪੰਜਾਬੀ ਬੋਲਣ ਲੱਗ ਗਏ ਹੋ। ਕਿਰਪਾ ਬੋਲਣ ਦੀ ਲੋੜ ਹੈ, ਕਿਉਂਕਿ ਜੇਕਰ ਮੈਂ ਪੰਜਾਬ ਦੇ ਰਾਜਧਾਨੀ ਚੰਡੀਗੜ੍ਹ ਵਿੱਚ ਵਸਦਾ ਹੈ, ਜੋ ਪੰਜਾਬ ਦੇ 22 ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਸੀ, ਰੋਜ਼ ਮੈਂ ਪੰਜਾਬ ਦੀ ਰੋਟੀ ਖਾਦਾ ਹੈ ਤੇ ਪੰਜਾਬੀ ਬੋਲਣਾ ਮੇਰਾ ਫਰਜ਼ ਹੈ। यही सच्चाई है, यही इंसानियत है। ਜੇ ਮੈਂ ਪੰਜਾਬੀ ਬੋਲਦਾ ਇਸ ਦੇ ਵਿੱਚ ਕੋਈ ਖਾਸ ਗੱਲ ਨਹੀਂ, ਮਤਲਬ ਬੋਲਣ ਦੀ ਹਰੇਕ ਨੂੰ ਬੋਲਣ ਦੀ ਲੋੜ ਹੈ, ਮਾਣ ਮਹਿਸੂਸ ਕਰਨ ਦੀ ਲੋੜ ਹੈ। ਮੈਂ ਆਖਰੀ ਦਮ ਤੱਕ ਇਹ ਭਾਸ਼ਾ ਨੂੰ ਬੋਲਦਾ ਰਹਾਂਗਾ, ਕਿਉਂਕਿ ਇਹ ਆਮ ਭਾਸ਼ਾ ਨਹੀਂ ਮਹਾਰਾਜ। ਇਹ ਭਾਸ਼ਾ ਗੁਰੂ ਸਾਹਿਬ ਦੀ ਹੈ, ਇਹ ਭਾਸ਼ਾ ਬਾਬਾ ਫਰੀਦ ਦੀ ਹੈ, ਇਹ ਭਾਸ਼ਾ ਕਮਾਲ ਦੀ ਹੈ। ਇਹ ਭਾਸ਼ਾ ਬੋਲਣ ਹੀ ਮਾਣ ਵਾਲੀ ਗੱਲ ਹੈ। ਇਹ ਪੰਡਿਤ ਰਾਓ ਜੀ ਵੀ ਪੰਜਾਬੀ ਦੀ ਮਹੱਤਤਾ ਨੂੰ ਸਮਝਦੇ ਨੇ, ਕਿਉਂਕਿ ਗੁਰੂਆਂ ਨੇ ਇਸੇ ਬਾਣੀ ਦੇ ਵਿੱਚ ਗੁਰਬਾਣੀ ਦੀ ਰਚਨਾ ਕੀਤੀ। ਸੋ ਇਹ ਪੰਜਾਬੀ ਨੂੰ ਬਹੁਤ ਪਿਆਰ ਕਰਦੇ ਨੇ। ਨਾਲ ਹੀ ਇਹਨਾਂ ਨੇ ਆਪਣੀ ਬੋਲੀ ਦੇ ਵਿੱਚ ਵੀ ਪਿਛਲੇ ਪਾਸੇ ਆਪਣੀ ਬੋਲੀ ਨੂੰ ਵੀ ਨਹੀਂ ਵਿਸਾਰਿਆ, ਉਹਦਾ ਵੀ ਪਿਛਲੇ ਪਾਸੇ ਇਹਨਾਂ ਨੇ ਲਿਖਿਆ ਹੋਇਆ ਵੀ ਮਾਂ ਬੋਲੀ ਨੂੰ ਪਿਆਰ ਕਰੋ। ਉਹਦੇ ਵਿੱਚ ਵੀ ਇਹਨਾਂ ਨੇ ਆਪਣਾ ਬੋਲ ਕੇ ਦੱਸਿਆ। ਸਾਡੇ ਨਾਲ ਸਰ ਨੇ, ਉਹ ਵੀ ਕੁਝ ਕਹਿਣਾ ਚਾਹੁੰਦੇ ਨੇ। ਪੰਡਿਤ ਰਾਓ ਜੀ ਬਾਰੇ ਮੈਂ ਇੱਕ ਬੇਨਤੀ ਕਰਦੇ ਹਾਂ ਕਿ ਇਹ ਉਹ ਸ਼ਖਸ ਨੇ ਕਿ ਜਿਹੜੇ ਪੰਜਾਬੀ ਬੋਲਦੇ ਤੇ ਲਿਖਦੇ ਨਹੀਂ। ਪੀਜੀਆਈ ਦੇ ਵਿੱਚ ਜਾ ਕੇ ਜਿਹੜੇ ਉਧਰਲੇ ਸਾਊਥ ਇੰਡੀਅਨ ਜਿਹੜੇ ਹੈਗੇ ਨੇ ਡਾਕਟਰਸ ਹੈਗੇ ਨੇ, ਉਹਨਾਂ ਨੂੰ ਪੰਜਾਬੀ ਸਿਖਾਉਂਦੇ ਨੇ ਤਾਂ ਕਿ ਤੁਸੀਂ ਇਹਨਾਂ ਦੀ ਜਿਹੜੀ ਹੈ ਪ੍ਰੋਬਲਮ ਨੂੰ ਜਿਹੜੀ ਹੈ ਮੈਡੀਕਲੀ ਸਮਝ ਕੇ ਤੇ ਉਸ ਦਾ ਟ੍ਰੀਟ ਕਰ ਸਕੋ। ਇਹ ਬਹੁਤ ਵੱਡੀ ਗੱਲ ਹੈਗੀ ਹੈ। ਮੇਰਾ ਇਹਨਾਂ ਨਾਲ ਬਹੁਤ ਪਿਆਰ ਹੈਗਾ। ਤੇ ਔਰ ਇਸ ਤੋਂ ਬਾਅਦ ਮੈਂ ਹੋਰ ਗੱਲ ਕਰਾਂ ਕਿ ਜਿਸ ਵਕਤ ਹੋਇਆ ਸੀਗਾ ਅਨੰਦਪੁਰ ਸਾਹਿਬ ਦਾ ਸਥਾਪਨਾ ਦਿਵਸ ਸੀਗਾ, ਉਦੋਂ ਇਹਨਾਂ ਨੇ 5 ਭਾਸ਼ਾ ਦੇ ਵਿੱਚ ਅਨੰਦਪੁਰ ਸਾਹਿਬ 'ਤੇ ਕਿਤਾਬ ਲਿਖੀ। ਕਿਉਂਕਿ ਮੇਰਾ ਬੁੱਕਸ ਲੈਣ ਦੇ ਨਾਲ ਕੰਮ ਹੈ। ਔਰ ਇਸ ਤੋਂ ਬਾਅਦ ਹੋਰ ਅੱਗੇ ਦੱਸਦੇ ਹਾਂ, ਜਫਰਨਾਮੇ ਦੀ ਸਾਨੂੰ ਇੱਕ ਲਾਈਨ ਯਾਦ ਨਹੀਂ ਹੁੰਦੀ, ਇਹਨਾਂ ਨੂੰ ਪੂਰਾ ਜਫਰਨਾਮਾ ਯਾਦ ਹੈ।
कमाले करामात कायम करीम रजा बख्श राजिक रिहा कौन रहीम अमा बख्श बख्शिंद ओ दस्तगीर खतार बख्शी रोजी दिहोल दिल फजीर ना साजो ना बाजो ना फौजो ना फरस खुदाबंद बख्शिंद ए ऐसो अरस हम मरद बायद शब्द शुकनवर ना सिखमे दिगर दरदाहने दिगर चिहा सुद के चुंग पेच दे चार पेच दे मार। क्या बात है जी। ਤੁਸੀਂ ਕੀ ਕਹਿਣਾ ਚਾਹੋਗੇ ਅੱਜ ਮਾਂ ਬੋਲੀ ਦਿਵਸ ਤੇ? ਮਾਂ ਬੋਲੀ ਦਿਵਸ ਦੇ ਉੱਤੇ ਪਹਿਲਾਂ ਤਾਂ ਸਾਰੇ ਪੰਜਾਬੀ ਬੋਲਣ ਵਾਲੇ ਭੈਣਾਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਨੂੰ, ਬੱਚਿਆਂ ਨੂੰ, ਸਾਰਿਆਂ ਨੂੰ ਮੇਰੀ ਵਧਾਈ। ਮੈਂ ਚੰਡੀਗੜ੍ਹ ਗੁਰਦੁਆਰਾ ਸੰਗਠਨ ਦਾ ਸਾਬਕਾ ਚੇਅਰਮੈਨ ਪੁਰਾਣਾ ਤੇ ਹਾਂ, ਤੇ ਅਸੀਂ ਇਹ ਉਪਰਾਲਾ ਸ਼ੁਰੂ ਕੀਤਾ ਸੀ ਅੱਜ ਤੋਂ ਕੋਈ 20 ਸਾਲ ਪਹਿਲਾਂ ਦੇ ਅਸੀਂ ਲੱਗੇ ਹੋਏ। ਪੰਡਿਤ ਜੀ ਦਾ ਸਾਨੂੰ ਸਾਥ ਮਿਲਿਆ। ਪੰਡਿਤ ਜੀ ਨੇ ਕਰਨਾਟਕ ਤੋਂ ਆ ਕੇ ਸਾਡੀ ਬੋਲੀ ਨੂੰ ਇੱਥੇ ਅਪਣਾ ਲਿਆ ਹੈਗਾ ਤੇ ਪੰਜਾਬੀ ਨੂੰ, ਗੁਰੂਆਂ ਦੀ ਬੋਲੀ ਨੂੰ, ਜੋ ਸਾਡੇ ਗੁਰੂ ਅੰਗਦ ਦੇਵ ਜੀ ਨੇ ਇੱਕ ਐਡੀ ਬੜੀ ਮਹਾਨਤਾ ਲਿਪੀ ਲਿਖੀ ਹੈ 35 ਅੱਖਰੀ, ਇਹਨਾਂ ਨੇ ਇਹ ਉਪਰਾਲਾ ਕੀਤਾ ਤੇ ਇਸ ਨੂੰ ਸਾਰੇ ਸਕੂਲਾਂ ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਦਫ਼ਤਰਾਂ ਦੇ ਵਿੱਚ ਪੰਜਾਬੀ ਭਾਸ਼ਾ ਲਾਗੂ ਕਰਨ ਵਾਸਤੇ ਬਹੁਤ ਹਿੰਮਤ ਦਲੇਰੀ ਦਿਖਾਈ ਹੈ ਤੇ ਉਹ ਚੱਲ ਰਿਹਾ ਹੈ। ਜੀ ਬਿਲਕੁਲ। ਅੱਛਾ ਪੰਡਿਤ ਜੀ, ਜਦੋਂ ਤੁਸੀਂ ਸ਼ੁਰੂ ਕਰਿਆ ਸੀ ਇਹ ਮਾਂ ਬੋਲੀ ਬੋਲੋ, ਪੰਜਾਬੀ ਬੋਲੋ, ਗੀਤਕਾਰਾਂ ਨੂੰ ਵੀ ਕਿਹਾ ਸੀ ਸਹੀ ਲਿਖੋ, ਹੈ ਨਾ, ਤਾਂ ਕਿੰਨਾ ਕੁ ਫਰਕ ਲੱਗਦਾ ਹੁਣ ਤੁਸੀਂ ਜਦੋਂ ਇਸ ਕੰਮ 'ਚ ਲੱਗੇ ਹੋਏ ਹੋ? जी इस भाषा पवित्र भाषा है, बहुत ही कमाल दी रूहानियत भरी भाषा है। इस भाषा ਦੇ ਵਿੱਚ ਲੱਚਰ ਸ਼ਰਾਬੀ ਹਥਿਆਰੀ ਗਾਣਾ ਗਾਉਣਾ ਪਾਪ ਹੈ। इसलिए मैं सारे गायक ਨੂੰ ਬੇਨਤੀ ਕੀਤੀ। ਉਸ ਤੋਂ ਬਾਅਦ ਕੋਰਟ ਗਿਆ ਸੀ। ਕੋਰਟ ਨੇ 22/7/2019 ਨੂੰ ਫੈਸਲਾ ਸੁਣਾਉਂਦੇ ਕਿਹਾ ਕਿ ਇਹੋ ਜਿਹਾ ਗਾਣਾ ਨਾ ਗਾਓ, ਇਸ ਗਾਣੇ ਦੇ ਵਿੱਚ ਬੈਨ ਹੋਇਆ। ਮਾਨਯੋਗ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੇ ਵੀ ਆਰਡਰ ਕਰਕੇ ਉਹ ਗਾਣਾ ਬੈਨ ਕਰ ਦਿੱਤੇ ਨੇ। ਹੁਣ ਚੰਗੇ ਗਾਣਾ ਆ ਰਹੇ ਨੇ। ਇਸ ਭਾਸ਼ਾ ਦੇ ਵਿੱਚ ਸਿਰਫ ਤਾਂ ਸਿਰਫ ਇੱਕ ਪਰਮਾਤਮਾ ਦੀ ਉਤਸਤ ਹੋ ਸਕਦੀ ਹੈ। ਜੇਕਰ ਜੇ ਗਾਉਣਗੇ ਕੋਈ ਵੀ ਗਲਤ ਗਾਣੇ, ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ। ਸਾਡੇ ਗਾਣਿਆਂ 'ਚ ਕਿਸ ਤਰ੍ਹਾਂ ਸਾਨੂੰ ਦੂਰ ਕੀਤਾ ਗਿਆ, ਪੁਰਾਣੇ ਗਾਣਾ ਕੀ ਸੀਗੇ ਤੇ ਅੱਜ ਦੇ ਗਾਣੇ ਕੀ ਆ, ਮੈਂ ਉਹਨਾਂ ਦੀ ਕੰਪੈਰੀਜ਼ਨ ਦੋਨੋਂ ਹੀ ਐਜੂਕੇਸ਼ਨ ਨਾਲ ਨੇ। ਪਹਿਲਾ ਗਾਣਾ ਸੀਗਾ ਮੀ ਮਾਏ ਵਰ ਢੂੰਡਦੀ ਏ, ਜੇ ਚਲਦੀ ਤੇਰੀ ਕੋਈ ਵਾਹ, ਲੁਧਿਆਣੇ ਮੁੰਡਾ ਪੜ੍ਹਦਾ ਨਹੀਂ ਮੈਨੂੰ ਉਹਦੇ ਨਾਲ ਵਿਆਹ, ਮਤਲਬ ਕਿ ਪੜ੍ਹੇ ਲਿਖੇ ਮੁੰਡੇ ਨਾਲ ਮੈਂ ਵਿਆਹ ਕਰਨਾ ਚਾਹੁੰਦਾ। ਇਹ ਪੁਰਾਣਾ ਗਾਣਾ। ਹੁਣ ਅੱਜ ਦਾ ਗਾਣਾ ਕੀ ਹੈ, ਮੈਨੂੰ ਇੱਕ ਦਿਨ ਲਈ ਹੋਸਟਲ ਵਾਲਾ ਕਮਰਾ ਲੈ ਦਿਓ ਜੀ, ਮੈਂ ਨਾਲ ਯਾਰਾਂ ਦੇ ਦਾਰੂ ਪੀਣੀ ਹੈ। ਹੁਣ ਇਹ ਮੈਨੂੰ ਕੋਈ ਇਹ ਦੱਸੇ ਕਿ ਹੋਸਟਲ ਦਾ ਕਮਰਾ ਪੜ੍ਹਨ ਵਾਸਤੇ ਹੈ, ਦਾਰੂ ਪੀਣ ਵਾਸਤੇ ਹੈ, ਐਸ਼ ਕਰਨ ਵਾਸਤੇ ਹੈ ਜਾਂ ਹੋਰ ਕੰਮਾਂ ਵਾਸਤੇ ਹੈ। ਸਾਨੂੰ ਜਿਹੜਾ ਇਹ ਚੀਜ਼ ਸਮਝਣੀ ਪਏਗੀ। ਅਸੀਂ ਆਪਣੇ ਘਰਾਂ ਦੇ ਵਿੱਚੋਂ ਜੇ ਪੰਜਾਬੀ ਕੱਢਦੇ ਪਏ ਹਾਂ, ਸਮਝੋ ਆਪਣੀ ਮਾਂ ਨੂੰ ਜਿਹੜਾ ਨਾ ਤਲਾਕ ਦੇ ਰਹੇ ਹਾਂ। ਇਹ ਸਾਡੀ ਮਾਂ ਹੀ ਨਹੀਂ, ਮਾਂ ਬੋਲੀ ਕਹਿੰਦੇ ਆ ਨਾ, ਮਾਂ ਬੋਲੀ ਦਾ ਮਤਲਬ ਕੀ ਹੈ, ਜਿਹੜੀ ਮਾਂ ਦੇ ਕੋਲੋਂ ਸਿੱਖੀ ਜੋ ਚੀਜ਼ ਬੰਦਾ ਆਪਣੀ ਮਾਂ ਬੋਲੀ ਦੇ ਵਿੱਚ ਕਹਿ ਸਕਦਾ, ਦੁਨੀਆ ਦੀਆਂ 1000 ਭਾਸ਼ਾਵਾਂ ਸਿੱਖ ਲਵੇ ਉਹ ਉਹਦੇ ਵਿੱਚ ਨਹੀਂ ਕਹਿ ਸਕਦਾ ਜੋ ਆਪਣੀ ਮਾਂ ਬੋਲੀ ਦੇ ਵਿੱਚ। ਦੂਸਰੇ ਪਾਸੇ ਪੂਰਨ ਜਿਹੜੀ ਹੈਗੀ ਹੈ ਪੰਜਾਬੀ ਭਾਸ਼ਾ, ਇਹ ਇੱਕ ਸੰਪੂਰਨ ਭਾਸ਼ਾ ਹੈ ਜਿਹਦੇ 'ਚ ਹਰੇਕ ਐਂਗਲ ਤੋਂ ਤੁਸੀਂ ਵਰਕ ਕਰ ਸਕਦੇ ਹੋ, ਗੱਲ ਕਰ ਸਕਦੇ ਹੋ। ਸਾਡੀ ਬਦਕਿਸਮਤੀ ਇਹ ਹੈ ਕਿ ਸਾਨੂੰ ਇਸ ਤੋਂ ਵਿਛੋੜਿਆ ਜਾ ਰਿਹਾ। ਅਸੀਂ ਆਪਣੇ ਘਰਾਂ 'ਚੋਂ ਪੰਜਾਬੀ ਕੱਢ ਰਹੇ ਹਾਂ, ਅਸੀਂ ਆਪਣੇ ਘਰਾਂ ਵਿੱਚ ਲਿਟਰੇਚਰ ਨਹੀਂ ਲੈ ਕੇ ਆ ਰਹੇ। ਮੈਂ ਹੁਣ ਵੀ ਗੱਲ ਕਰਕੇ ਆਇਆ ਇੱਕ ਜਗ੍ਹਾ ਵੀ ਅਸੀਂ ਸਿਰਫ ਇਹਨੂੰ ਸਮਝ ਲਿਆ ਸਭ ਕੁਛ, ਜਦ ਕਿ ਇਹ ਬਹੁਤ ਗੁੰਮਰਾਹ ਕਰ ਰਿਹਾ। ਰਾਈਟ ਯੂਜ਼ ਕਰੋਗੇ ਵੈਲ ਐਂਡ ਗੁੱਡ, ਪਰ ਮਗਰ ਪ੍ਰੋਬਲਮ ਕੀ ਆ ਰਹੀ ਹੈ ਕਿ ਅਸੀਂ ਇਸ ਨੂੰ ਰੋਂਗ ਯੂਜ਼ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਇਸ ਕਰਕੇ ਗੁੰਮਰਾਹ ਹੋ ਕੇ ਅਸੀਂ ਕੁਰਾਹੇ ਪੈ ਗਏ। ਬਿਲਕੁਲ ਜੀ ਬਿਲਕੁਲ। ਜਦੋਂ ਤੱਕ ਤੁਹਾਡੀ ਚੇਤਨਾ ਹੈਗੀ ਆ, ਤੁਸੀਂ ਮਾਂ ਬੋਲੀ ਲਈ ਕੰਮ ਕਰ ਰਹੇ ਹੋ, ਤੁਹਾਡੇ ਵਰਗੇ ਸੱਜਣ ਰਾਓ ਵਰਗੇ ਲੱਗੇ ਹੋਏ ਨੇ ਇੱਥੇ ਪੰਜਾਬੀ ਲਈ ਕੰਮ ਕਰ ਰਹੇ ਨੇ, ਸੋ ਸਾਹਿਤ ਦੀ ਤੰਦ ਪਾਉਂਦੇ ਹੁੰਦੇ ਆ। ਪਰ ਅੱਜ ਭਾਸ਼ਾ ਤਾਂ ਕਹਿ ਲਓ ਵੀ ਸਾਹਿਤ ਦੇ ਜਿਹੜਾ ਭਾਵਾਂ ਦੇ ਵਸਤਰ ਹੁੰਦੇ ਆ, ਸਾਹਿਤ ਭਾਸ਼ਾ ਦੇ ਜ਼ਰੀਏ ਹੀ ਆਪਾਂ ਸਾਹਿਤ ਲਿਖ ਸਕਦੇ ਹਾਂ, ਹੈ ਨਾ। ਸੋ ਅੱਜ ਭਾਸ਼ਾ ਨੂੰ ਸਮਰਪਿਤ ਅੱਜ ਦਾ ਸਾਹਿਤਕ ਤੰਦਾਂ ਪ੍ਰੋਗਰਾਮ। ਅੱਗੇ ਵੇਖਦੇ ਹਾਂ ਕਿ ਹੋਰ ਕੌਣ ਇੱਥੇ ਖਾਸ ਆਏ ਹੋਏ ਨੇ ਜਿਨ੍ਹਾਂ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਮਾਂ ਬੋਲੀ ਦਿਹਾੜੇ 'ਤੇ। ਸਾਡੇ ਨਾਲ ਹੁਣ ਨੇ ਮੈਮ ਮਨਜੀਤ ਇੰਦਰਾ ਜੀ, ਬੜੀ ਬੇਬਾਕ ਸ਼ਖਸੀਅਤ ਨੇ, ਬੜਾ ਦਮ ਖਮ ਨਾਲ ਬੋਲਦੇ ਨੇ, ਜੋ ਵੀ ਬੋਲਦੇ ਨੇ ਟਕਾ ਕੇ ਬੋਲਦੇ ਨੇ। ਮੈਮ ਅੱਜ ਦੇ ਦਿਹਾੜੇ 'ਤੇ ਮਾਂ ਬੋਲੀ ਦਿਵਸ ਆ ਜਿਹੜਾ ਵਰਲਡ ਦਾ, ਅਤੇ ਇਹਦੇ 'ਤੇ ਕੀ ਕਹਿਣਾ ਚਾਹੋਗੇ? 1966 ਤੋਂ ਲੈ ਕੇ ਹੁਣ ਤੱਕ ਅਸੀਂ ਸਾਰੇ ਭਾਸ਼ਣ ਦੇ ਰਹੇ ਹਾਂ, ਸਰਕਾਰਾਂ ਆਰਡਰ ਕਰ ਰਹੀਆਂ ਨੇ, ਅਸੀਂ ਮੈਮੋਰੈਂਡਮ ਦਿੰਦੇ ਹਾਂ, ਆਪਣੀ ਲੋੜ ਫੜਾਇਆ ਉਹਨੇ ਅਰਜ਼ੀ। ਮੇਰਾ ਖਿਆਲ ਹੈ ਕਿ ਸੰਜੀਦਗੀ ਨਾ ਸਰਕਾਰਾਂ ਨੂੰ ਸੰਜੀਦਗੀ ਹੈ ਅਤੇ ਨਾ ਸੰਜੀਦਾ ਅਸੀਂ ਲੋਕ ਵੀ ਸੰਜੀਦਾ ਨਹੀਂ ਹੈਗੇ।
ਅਸੀਂ ਇੱਕ ਦਿਨ ਮਿਥਿਆ ਹੋਇਆ ਵੀ ਮਾਤ ਭਾਸ਼ਾ ਦਾ ਦਿਨ ਹੈ, ਅਸੀਂ ਆਪਣੇ ਨਾਅਰੇ ਲਾਉਣ ਲੱਗ ਜਾਂਦੇ ਆ। ਮੈਨੂੰ ਇਹ ਲੱਗਦਾ ਕਿ ਅਸੀਂ ਫੋਟੋ ਖਿਚਾਉਣ ਵਾਸਤੇ ਅਖਬਾਰਾਂ 'ਚ ਫੋਟੋ ਆਊਗੀ, ਅੱਗੇ ਹੋ ਕੇ ਸਾਰੇ ਲੋਕ ਬਹਿੰਦੇ ਆ। ਅਫਸੋਸ ਲੱਗਦਾ ਮੈਨੂੰ, ਕਿਉਂਕਿ ਮੈਂ ਪੰਜਾਬੀ ਮਾਂ ਬੋਲੀ ਦੀ ਪਰਨਾਈ ਹੋਈ ਧੀ ਹਾਂ, ਪੰਜਾਬ ਦੀ ਹਾਂ। ਮੈਂ ਪੁਰਾਣੇ ਪੰਜਾਬ ਦੇ ਵਿੱਚ ਵੀ ਰਹੀ ਹਾਂ, ਉਹ ਸਾਰੇ ਕਲਚਰ ਨੂੰ ਜਾਣਦੀ ਹਾਂ, ਲੇਕਿਨ ਅੱਜ ਕੱਲ੍ਹ ਉਹ ਕਲਚਰ ਕਿੱਥੇ ਹੈ। ਮੈਂ ਪੰਜਾਬ ਦੇ ਸਕੂਲਾਂ ਤੋਂ ਲੈ ਕੇ, ਪੰਜਾਬ ਦੇ ਕਾਲਜਿਸ ਤੋਂ ਲੈ ਕੇ ਔਰ ਚੰਡੀਗੜ੍ਹ ਦੇ ਪੌਸ਼ ਕਾਲਜਿਸ ਵਿੱਚ ਮੈਂ ਪੜ੍ਹਾਇਆ ਹੋਇਆ, ਲੇਕਿਨ ਜਦੋਂ ਅਸੀਂ ਆਪਣੀ ਭਾਸ਼ਾ ਦੀ ਗੱਲ ਕਰਦੇ ਹਾਂ, ਭਾਸ਼ਾ ਕਿਤੇ ਨਜ਼ਰ ਨਹੀਂ ਆਉਂਦੀ। ਟੀਚਰ ਜਿਹੜੇ ਨੇ ਬੱਚਿਆਂ ਨਾਲ, ਮੈਂ ਇੱਕ ਐਗਜ਼ਾਮਪਲ ਦਿੰਦੀ, ਮੈਂ 11 ਸੈਕਟਰ GCG 11 'ਚ ਪੜ੍ਹਾਉਂਦੀ ਸਾਂ। ਮੈਂ ਕਲਾਸ ਵਿੱਚ ਗਈ ਤੇ ਮੈਂ ਪੁੱਛਿਆ ਵੀ ਆਪਾਂ ਕੀ ਪੜ੍ਹ ਰਹੇ ਸੀ। वो जी हम पूरन सिंह पढ़ रहे थे। मैं क्या आपा की पढ़ रहे सी? वो जी कल पूरन सिंह की कविता पढ़ रहे थे। मैं अपना रजिस्टर चक्या, पर्स चक्या तो क्लास चों बाहर मैं कहा भी अच्छा मैं गलत क्लास च आ गई हाँ। नहीं 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 मैम क्लास तो हमारी ही है। मैं क्या मैं तो पंजाबी पढ़ानी है, मेरी क्लास तो पंजाबी बोली जाए। सो मेरा यह एक मैं कामयाब अपनी क्लास में कामयाब होई। ਜਿਹੜਾ ਬੱਚਾ ਮੇਰੀ ਕਿਤਾਬ ਨਹੀਂ ਸੀ ਲੈ ਕੇ ਆਉਂਦਾ, ਮੈਂ ਉਹਨੂੰ ਕਲਾਸ ਚ ਅਲਾਓ ਨਹੀਂ ਸੀ ਕਰਦੀ। ਜਿਹੜਾ ਬੱਚਾ ਪੰਜਾਬੀ ਮੇਰੇ ਨਾਲ ਕਲਾਸ ਵਿੱਚ ਪੰਜਾਬੀ ਨਹੀਂ ਸੀ ਬੋਲਦਾ ਤੇ ਮੈਂ ਉਹਨੂੰ ਕਿਹਾ ਸੀ ਵੀ ਮੈਂ ਤੇਰੀ ਐਬਸੈਂਟ ਲਾਉਂਗੀ, ਔਰ ਬੜੀ ਸ਼ੁੱਧਤਾ ਨਾਲ ਉਹ ਪੰਜਾਬੀ ਬੋਲਦੇ ਸੀ। ਅੱਜ ਵੀ ਮੇਰੇ ਵਿਦਿਆਰਥੀ ਮਿਲਦੇ ਨੇ, ਕੋਈ ਡਿਸਟ੍ਰਿਕਟ ਜੱਜ ਹੈ, ਕੋਈ ਐਡੀਸ਼ਨਲ ਜੱਜ ਹੈ, ਕੋਈ ਮੈਜਿਸਟ੍ਰੇਟ ਹੈ, ਅੱਛੇ ਮੇਰੇ ਨਾਲ ਜਦੋਂ ਵੀ ਮਿਲਦੇ ਆ ਹੁਣ ਵੀ ਉਹ ਅੰਗਰੇਜ਼ੀ ਤੋਂ ਇੱਕਦਮ ਆ ਜਾਣਗੇ, ਮੈਮ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ। ਸੋ ਇਹ ਸਾਡੇ 'ਚ ਦਮ ਹੋਣਾ ਚਾਹੀਦਾ। ਮੈਂ ਸਵੇਰੇ ਤੋਂ ਇਹ ਤਕਰੀਬਨ ਮੈਂ ਸਾਰੇ ਹੀ ਇਹ ਧਰਨੇ ਅਟੈਂਡ ਕੀਤੇ ਹੋਏ ਨੇ। ਅਸੀਂ ਮੁੱਦੇ 'ਤੇ ਜਾ ਨਹੀਂ ਰਹੇ, ਉਹੀ ਪੁਰਾਣੀਆਂ ਗੱਲਾਂ ਨੇ, ਉਹੀ ਸਾਰਾ ਕੁਛ ਹੈ। ਪੰਜਾਬੀ ਵਾਸਤੇ ਜਿਵੇਂ ਮੈਂ ਹੁਣ ਵੀ ਕਹਿ ਕੇ ਹਟੀ ਹਾਂ ਕਿ ਜਿਹੜਾ ਪੰਜਾਬੀ ਬੋਲੀ ਭਾਸ਼ਾ, ਪੰਜਾਬੀ ਸਿੱਖਣਾ ਸਿਖਾਉਣਾ ਪ੍ਰਾਇਮਰੀ ਕਲਾਸ ਤੋਂ ਹੈ, ਪਹਿਲੀ ਜਮਾਤ ਤੋਂ ਹੈ, ਉਹਦੇ ਵਿੱਚ 10ਵੀਂ ਜਮਾਤ ਪਾਸ JBT ਕੀਤਾ ਹੋਇਆ ਟੀਚਰ ਲਾ ਕੇ ਰੱਖ ਦਿੰਦੇ ਆ, ਜਿਹਨੂੰ ਨਾ ਬੋਲਣਾ ਆਉਂਦਾ ਨਾ ਜਿਹਨੂੰ ਪਤਾ ਹੁੰਦਾ ਕਿ ਵੀ ਇਹ ਭਾਸ਼ਾ ਦਾ ਉਚਾਰਨ ਕੀ ਹੈ। ਉੱਥੇ ਘੱਟੋ ਘੱਟ ਪੋਸਟ ਗ੍ਰੈਜੂਏਟ ਜਿਹੜਾ ਹੋਵੇ, ਜਿਹਨੂੰ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਵੇ, ਇੱਕ ਟ੍ਰੇਨਿੰਗ ਸੈੱਲ ਹੋਵੇ ਜਿੱਥੇ ਉਚਾਰਨ ਦੀ ਵਿੱਦਿਆ ਦਿੱਤੀ ਜਾਵੇ, ਜਿੱਥੇ ਪੰਜਾਬੀ ਭਾਸ਼ਾ ਦੇ ਉਚਾਰ ਪ੍ਰਸਾਰ ਔਰ ਉਸ ਦੇ ਵਿਕਾਸ ਦੀ ਗੱਲ ਦੱਸੀ ਜਾਵੇ, ਤਾਂ ਮੇਰਾ ਖਿਆਲ ਹੈ ਪੰਜਾਬੀ ਭਾਸ਼ਾ ਸਾਡੀ ਕਿਸੇ ਸਿਰੇ ਲੱਗ ਸਕਦੀ ਹੈ। ਅਦਰਵਾਈਜ਼ ਤਾਂ ਸੁਣ ਰਹੇ ਹੋ ਭਾਸ਼ਣ, ਮੈਂ ਵੀ ਸੁਣ ਰਹੀ ਹਾਂ। ਮੈਮ ਕਹਿੰਦੇ ਨਾ ਭਾਸ਼ਾ ਨਹੀਂ ਮਰਦੀ ਹੁੰਦੀ, ਲਿਪੀ ਮਰ ਜਾਂਦੀ ਆ ਜਦੋਂ ਉਹਨੂੰ ਲਿਖਦੇ ਆ ਨਾ ਕਿਤੇ ਕਿਤੇ ਵੀ ਹੈਗਾ। ਜਿਵੇਂ ਅੰਗਰੇਜ਼ੀ, ਜਿਵੇਂ ਆਪਾਂ ਪੰਜਾਬੀ ਵੀ ਹੁਣ ਅੰਗਰੇਜ਼ੀ 'ਚ ਲਿਖਣ ਲੱਗ ਗਏ ਹੈਗੇ ਆ, ਮੈਸੇਜ ਲਿਖਣਾ ਚਾਹੇ ਨਾਮ ਕੁਛ ਵੀ ਲਿਖਣਾ ਆਪਾਂ ਰੋਮਨ ਵਰਤ ਰਹੇ ਹਾਂ, ਆਪਾਂ ਗੁਰਮੁਖੀ ਨਹੀਂ ਵਰਤ ਰਹੇ। ਪਾਕਿਸਤਾਨ 'ਚ ਵੀ ਪੰਜਾਬੀ ਬੋਲੀ ਜਾ ਰਹੀ ਆ, ਪਰ ਉੱਥੇ ਪੰਜਾਬੀ ਲਿਪੀ ਗੁਰਮੁਖੀ ਲਿਪੀ ਮਰ ਗਈ ਆ, ਉੱਥੇ ਸ਼ਾਹਮੁਖੀ 'ਚ ਬੋਲੀ ਜਾ ਰਹੀ ਆ, ਲਿਖੀ ਜਾ ਰਹੀ ਆ, ਬੋਲੀ ਜਾ ਰਹੀ ਆ। ਉਵੇਂ ਹੀ ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ ਮੈਂ ਉਹੀ ਗੱਲ ਤਾਂ ਉੱਥੇ ਹੀ ਆਉਂਦੀ ਹੈ ਨਾ ਕਿ ਅਸੀਂ ਸੰਜੀਦਾ ਨਹੀਂ ਆ। ਮੈਂ ਆਪਣੇ ਮੋਬਾਈਲ ਵਿੱਚ ਵੀ ਪੰਜਾਬੀ ਰੱਖੀ ਹੋਈ ਹੈ, ਪੰਜਾਬੀ ਵੀ ਹੈ, ਹਿੰਦੀ ਵੀ ਹੈ, ਅੰਗਰੇਜ਼ੀ ਵੀ ਹੈ। ਮੈਂ ਅੱਜ ਕੱਲ੍ਹ ਆਪਣੀ ਸ਼ਾਇਰੀ ਖੁਦ ਟਾਈਪ ਕਰਦੀ ਹਾਂ, ਹਿੰਦੀ 'ਚ ਵੀ ਕਰਦੀ ਹਾਂ, ਕਿਉਂਕਿ ਮੈਨੂੰ ਅਬੂਰ ਓਨਾ ਹੀ ਹਿੰਦੀ 'ਤੇ ਹੈ, ਕਿਉਂਕਿ ਮੈਂ ਡਿਸਟ੍ਰਿਕਟ ਮਹਿੰਦਰਗੜ੍ਹ ਦੇ ਵਿੱਚ ਜਦੋਂ ਮੈਂ ਮਾਰੇ ਧਾਰੇ ਬੋਲਦੀ ਸੀ ਤੇ ਇੱਕਦਮ ਪੰਜਾਬ ਦੇ ਵਿੱਚ ਟਿਪੀਕਲ ਮਾਲਵੇ ਦੇ ਪਿੰਡ ਵਿੱਚ ਜਿੱਥੇ ਕਹਿੰਦੇ ਸੀ ਵੀ ਆ ਕਿੱਥੇ ਗਈ ਹੈ ਦੇਖ ਕੀ ਕਰਦੀ ਹੈ, ਜਿਹੜੀ ਸਮਝ ਨਹੀਂ ਸੀ ਆਉਂਦੀ। ਥੋੜ੍ਹਾ ਜਿਹਾ ਸਮਾਂ ਔਖਾ ਲੱਗਦਾ ਆ, ਲੇਕਿਨ ਮੈਂ ਕਰ ਸਕਦੀ ਹਾਂ ਤਾਂ ਤੁਸੀਂ ਲੋਕ ਬਾਕੀ ਕਿਉਂ ਨਹੀਂ ਕਰ ਸਕਦੇ। ਮੈਂ ਕਿਸੇ ਨੂੰ ਮੇਰੇ ਜਿਹੜੇ ਨੇ ਮੇਰੇ ਕੁੱਕ ਨੇ, ਮੇਰੇ ਨੌਕਰ ਨੇ, ਮੇਰੇ ਡਰਾਈਵਰ ਹੈ ਜਾਂ ਮੇਰੇ ਜਿਹੜੇ ਵਾਕਫਕਾਰ ਨੇ, ਜਿਹੜੇ ਮੇਰੇ ਮਿੱਤਰਤਾਈ ਦੇ ਸਰਕਲ 'ਚ ਨੇ, ਹਿੰਦੀ ਵਾਲੇ ਵੀ ਨੇ, ਅੰਗਰੇਜ਼ੀ ਵਾਲੇ ਵੀ ਨੇ, ਪੰਜਾਬੀ ਵਾਲੇ ਵੀ ਨੇ, ਮੈਂ ਉਹਨਾਂ ਦੀ ਭਾਸ਼ਾ ਦੇ ਵਿੱਚ ਕੋਸ਼ਿਸ਼ ਕਰਦੀ ਹਾਂ ਕਿ ਮੈਂ ਉਹਨਾਂ ਦੀ ਭਾਸ਼ਾ ਵਿੱਚ ਉਹਨਾਂ ਨੂੰ ਮੈਸੇਜ ਕਰਾਂ, SMS ਕਰਾਂ ਜਾਂ ਮੈਂ WhatsApp 'ਤੇ ਲਿਖਾਂ। ਇਹ ਸਾਡੀ ਊਣਤਾਈ ਹੈ। ਇਹ ਮੁਆਫੀ ਮੰਗ ਲੈਣੀ ਕਿ ਵੀ ਸਾਡੀ ਲਿਪੀ ਮਰ ਰਹੀ ਹੈ। ਭਾਸ਼ਾ ਕਦੀ ਨਹੀਂ ਮਰਦੀ। ਜਿੰਨਾ ਚਿਰ ਤੱਕ ਅਸੀਂ ਬੈਠੇ ਹਾਂ, ਠੀਕ ਹੈ, ਜਿਹੜੇ ਵਿਦੇਸ਼ ਚਲੇ ਗਏ ਨੇ ਉਹ ਕਲਚਰ ਉਹਨਾਂ ਨੇ ਉਹ ਅਪਣਾ ਲਿਆ, ਉਹ ਇੱਧਰ ਨਹੀਂ ਆਉਣਗੇ ਤੇ ਉਹ ਉਹਨਾਂ ਦੀ, ਲੇਕਿਨ ਉਹ ਫਿਰ ਵੀ ਕਿਤੇ ਨਾ ਕਿਤੇ ਰਹੇਗੀ। ਲੇਕਿਨ ਜਿਹੜੇ ਪੰਜਾਬ 'ਚ ਵੱਸਦੇ ਨੇ,
ਪੰਜਾਬ 'ਚ ਰਹਿੰਦੇ ਨੇ, ਤੁਹਾਡੀ ਸਾਡੀ ਪੰਜਾਬੀ ਭਾਸ਼ਾ ਮਰੇਗੀ? ਨਹੀਂ ਮਰੇਗੀ। ਪੰਜਾਬੀ ਬੋਲੀ ਨਹੀਂ ਮਰੇਗੀ। ਪੰਜਾਬੀ ਦੀ ਜਿਹੜੇ ਸ਼ਾਇਰ ਨੇ ਲਿਖਤੀ ਭਾਸ਼ਾ ਉਹ ਕਿੰਨੇ ਸੀਮਤ ਹੋ ਜਾਏਗੀ। ਲੇਕਿਨ ਮੇਰਾ ਖਿਆਲ ਹੈ ਕਿ ਜਿਹੜੀ ਪੰਜਾਬੀ ਇੱਕ ਰਿਚ ਸਾਡੀ ਭਾਸ਼ਾ ਹੈਗੀ ਹੈ, ਇਹ ਨਾ ਲਿਪੀ ਮਰਨ ਲੱਗੀ ਹੈ ਤੇ ਨਾ ਭਾਸ਼ਾ ਮਰਨ ਲੱਗੀ ਹੈ। 1999 ਵਿੱਚ ਯੂਨੈਸਕੋ ਨੇ ਇਹ ਫੈਸਲਾ ਕੀਤਾ ਸੀ ਕਿ ਭਾਸ਼ਾਵਾਂ ਦੀ, ਬਹੁ ਭਾਸ਼ਾਵਾਂ ਦੀ, ਛੋਟੀਆਂ ਭਾਸ਼ਾਵਾਂ ਦੀ ਤੇ ਸੱਭਿਆਚਾਰ ਦੀ ਬਹੁਲਤਾ ਦੇ ਵਾਸਤੇ ਇਹਦਾ ਮੈਸੇਜ ਦੇਣ ਵਾਸਤੇ, ਇਹਦੇ ਬਾਰੇ ਜਾਗਰਤੀ ਦੇਣ ਵਾਸਤੇ ਇੱਕ ਦਿਨ ਮਨਾਇਆ ਜਾਵੇ। ਔਰ ਉਹ ਦਿਨ 21 ਫਰਵਰੀ ਦਾ ਇਸ ਲਈ ਚੁਣਿਆ ਗਿਆ ਕਿਉਂਕਿ ਸਭ ਤੋਂ ਪਹਿਲਾਂ ਬੰਗਲਾਦੇਸ਼ ਦੀ ਜਦੋਂ ਲੜਾਈ ਸ਼ੁਰੂ ਹੋਈ ਹੈ, ਜਦੋਂ ਉਹਨਾਂ ਤੇ ਉਰਦੂ ਥੋਪੀ ਗਈ ਸੀ, ਜਦੋਂ ਸਾਰੇ ਪਾਕਿਸਤਾਨ ਦੇ ਵੱਲੋਂ ਉਰਦੂ ਉੱਥੇ ਥੋਪੀ ਗਈ ਸੀ, ਤਾਂ ਉਹ ਭਾਸ਼ਾ ਦੇ ਸਵਾਲ ਦੇ ਉੱਤੇ ਲੜਾਈ ਸ਼ੁਰੂ ਹੋਈ ਸੀ, ਜਿਹਦੇ ਵਿੱਚ ਉਹਨਾਂ ਨੇ ਆਪਣਾ ਦੇਸ਼ ਆਜ਼ਾਦ ਕਰਵਾਇਆ ਸੀ, ਮੁਜੀਬੁਰ ਰਹਿਮਾਨ ਨੇ ਤੇ ਹੋਰ ਸਾਰਿਆਂ ਨੇ। ਇਸ ਦਿਨ ਦੇ ਉੱਤੇ ਅਸੀਂ ਇਸ ਲਈ ਇੱਥੇ ਇਕੱਠੇ ਹੁੰਦੇ ਹਾਂ ਕਿ ਸਾਡੇ ਚੰਡੀਗੜ੍ਹ ਦੇ ਵਿੱਚ, ਜਿਹੜਾ ਚੰਡੀਗੜ੍ਹ ਦਾ ਪਿੰਡ ਹੈ, ਚੰਡੀਗੜ੍ਹ ਦਾ ਇਹ ਸ਼ਹਿਰ ਹੈ, ਇੱਥੋਂ ਦੇ ਬਹੁਤ ਸਾਰੇ ਪਿੰਡਾਂ ਨੂੰ ਉਜਾੜ ਕੇ ਬਣਿਆ, ਸਾਰੇ ਪੰਜਾਬੀ ਵਾਲੇ ਸੀ, ਸਾਰੇ ਪੰਜਾਬੀ ਪਿੰਡ ਸੀ ਉਹ। ਪਰ ਇੱਥੇ ਚੰਡੀਗੜ੍ਹ ਦੇ ਵਿੱਚ ਪੰਜਾਬੀ ਨਹੀਂ ਪਹਿਲੀ ਭਾਸ਼ਾ ਬਣਾਈ ਹੋਈ। ਭਾਸ਼ਾ ਕਿਹੜੀ ਬਣਾਈ ਹੋਈ ਹੈ? ਅੰਗਰੇਜ਼ੀ। ਹਾਲਾਂਕਿ ਸੰਵਿਧਾਨ ਦੇ ਵਿੱਚ ਕਿਤੇ ਅੰਗਰੇਜ਼ੀ ਨੂੰ ਇੱਦਾਂ ਮਾਨਤਾ ਨਹੀਂ ਹੈ, ਪੰਜਾਬੀ ਨੂੰ ਹੈ ਕਿ ਇਹ ਵੀ ਇੱਕ ਭਾਸ਼ਾ ਹੈ ਸਾਡੀ ਇੱਥੋਂ ਦੀ। ਤੇ ਜਿਹੜੀ ਹਿੰਦੀ ਹੈ ਉਹ ਵੀ ਸੰਪਰਕ ਭਾਸ਼ਾ ਦੇ ਤੌਰ ਦੇ ਉੱਤੇ ਹੈ। ਇਸ ਲਈ ਅਸੀਂ ਜਿਹੜਾ ਹੈ 21 ਮਾਰਚ ਦਾ ਦਿਨ, 21 ਫਰਵਰੀ ਦਾ ਦਿਨ ਚੰਡੀਗੜ੍ਹ ਪੰਜਾਬੀ ਮੰਚ ਦੇ ਵੱਲੋਂ ਇਹਨੂੰ ਮਨਾਉਂਦੇ ਆ, ਆਪਣੀ ਆਵਾਜ਼ ਚੁੱਕਦੇ ਆ ਕਿ ਚੰਡੀਗੜ੍ਹ ਦੇ ਵਿੱਚ ਪਹਿਲੀ ਭਾਸ਼ਾ ਪੰਜਾਬੀ ਹੋਵੇ। ਜਿਹੜੀ ਸਾਡੀ ਪੰਜਾਬੀ ਲੇਖ ਸਭਾ ਚੰਡੀਗੜ੍ਹ ਦੀ ਹੈ ਤੇ ਜਿਹੜੀ ਸਾਡੀ ਕੇਂਦਰੀ ਪੰਜਾਬੀ ਲੇਖ ਸਭਾ ਹੈ, ਉਹ ਵੀ ਇਸ ਸਵਾਲ ਦੇ ਉੱਤੇ ਪੰਜਾਬ ਦੇ ਵਿੱਚ ਵੀ ਲੜਦੀ ਹੈ, ਕਿਉਂਕਿ ਉੱਥੇ ਵੀ ਪੰਜਾਬੀ ਨੂੰ ਉਹ ਸਥਾਨ ਨਹੀਂ ਮਿਲਿਆ ਹੋਇਆ ਜਿਹੜਾ ਉੱਥੇ ਉਹਨੂੰ ਮਿਲਣਾ ਚਾਹੀਦਾ ਹੈ। ਕਿਉਂਕਿ ਭਾਸ਼ਾ ਦੇ ਆਧਾਰ ਦੇ ਉੱਤੇ ਸੂਬੇ ਬਣਾਏ ਗਏ ਸਨ ਜਦੋਂ ਪਹਿਲਾਂ ਸਾਰੇ ਹੀ। ਇਸ ਦੇ ਉੱਤੇ ਇਹ ਧਰਨਾ ਇਹਨਾਂ ਨੇ ਮਾਰਿਆ, ਸਾਰੇ ਸਾਡੇ ਲੇਖਕਾਂ ਨੇ ਤੇ ਚੰਡੀਗੜ੍ਹ ਦੇ ਪਿੰਡਾਂ ਦੇ ਵਾਸੀਆਂ ਨੇ। ਕੀ ਲੱਗਦਾ ਤੁਹਾਨੂੰ, ਤੁਹਾਡੇ ਧਰਨੇ ਦਾ ਅਸਰ ਹੋਊਗਾ? ਕੀ ਪੰਜਾਬ ਦੇ ਵਿੱਚ ਚੰਡੀਗੜ੍ਹ ਦੀ ਪਹਿਲੀ ਭਾਸ਼ਾ ਪੰਜਾਬੀ ਬਣ ਪਾਊਗੀ? ਇਹ ਜਦੋਂ ਨਾ ਅੰਗਰੇਜ਼ਾਂ ਦੇ ਖਿਲਾਫ ਲੜਨ ਲੱਗੇ ਸੀਗੇ, ਉਦੋਂ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਸੁਣਦਾ ਲੱਗਾ ਅੰਗਰੇਜ਼ਾਂ ਤੋਂ ਕੌਣ ਜਿੱਤ ਜੂਗਾ ਜੀ, ਕਿੱਥੇ ਆਜ਼ਾਦੀ ਮਿਲ ਜੂਗੀ। ਇਹ ਜਿਹੜੀ ਸੋਚ ਹੁੰਦੀ ਹੈ ਨਾ, ਇਹ ਤੁਹਾਨੂੰ ਲੜਨ ਤੋਂ ਰੋਕਦੀ ਹੈ, ਅੱਗੇ ਤੁਹਾਨੂੰ ਵਧਣ ਨਹੀਂ ਦਿੰਦੀਗੀ। ਚਾਹੇ ਇਹ ਲੱਗਦਾ ਹੋਵੇ ਕਿ ਅੱਜ ਕਮਜ਼ੋਰ ਹੈ, ਇਹ ਜਦੋਂ ਕੋਸ਼ਿਸ਼ ਕਰਦੇ ਰਵਾਂਗੇ, ਲੜਦੇ ਰਵਾਂਗੇ, ਲੋਕਾਂ ਨੂੰ ਇਕੱਠੇ ਕਰਦੇ ਰਵਾਂਗੇ, ਇਹ ਠੀਕ ਹੈ ਕਿ ਜ਼ਿਆਦਾ ਜਾਗਰਤ ਕਰਨ ਦੀ ਲੋੜ ਹੈ। ਇਹ ਵੀ ਹੈ ਕਿ ਚੰਡੀਗੜ੍ਹ ਦੀ ਲੜਾਈ ਤਾਂ ਵੀ ਅੱਛੀ ਤਕੜੀ ਹੋ ਸਕਦੀ ਹੈ ਜੇ ਪੰਜਾਬ ਦੀ ਅਸੈਂਬਲੀ ਇਹਦੇ ਬਾਰੇ ਕੁਝ ਕਰੇ। ਪੰਜਾਬ ਦੀ ਅਸੈਂਬਲੀ ਨੂੰ ਤਾਂ ਪਤਾ ਹੈ ਨਾ ਕਿ ਪੰਜਾਬੀ ਇੱਥੋਂ ਦੀ ਭਾਸ਼ਾ ਸੀਗੀ, ਸਾਰੇ ਕਰਦੇ ਸੀਗੇ। ਇਹ ਠੀਕ ਹੈ ਕਿ ਮੁਸ਼ਕਲ ਹੈ, ਸਾਨੂੰ ਇਹ ਯਕੀਨ ਹੈ ਕਿ ਨਾਮੁਮਕਿਨ ਨਹੀਂ ਹੈ। ਨਾਮੁਮਕਿਨ ਨਹੀਂ ਹੈ। ਭਗਵੰਤ ਮਾਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ? ਭਗਵੰਤ ਮਾਨ ਦੀਆਂ ਜਿਹੜੀਆਂ ਇੱਕ ਦੋ ਉਹਨਾਂ ਨੇ ਪਹਿਲ ਕਦਮੀਆਂ ਕੀਤੀਆਂ ਨੇ, ਜਿਵੇਂ ਪੰਜਾਬ ਦੇ ਵਿੱਚ ਵੀ ਤੁਹਾਡੇ ਦੁਕਾਨਾਂ ਦੇ ਬਾਹਰ ਜਿਹੜੇ ਫੱਟੇ ਨੇ, ਅੱਗੇ ਅੰਗਰੇਜ਼ੀ ਚੀਜ਼ਾਂ ਲੱਗੇ ਹੁੰਦੇ ਸੀ, ਉਹਨਾਂ ਦੇ ਉੱਪਰ ਪੰਜਾਬੀ ਵਿੱਚ ਲਿਖਣਾ, ਉਹਨਾਂ ਨੇ ਇਹ ਚੰਗੀ ਗੱਲ ਕੀਤੀ ਹੈਗੀ ਹੈ। ਮੈਂ ਫਰਕ ਵੇਖ ਰਿਹਾ, ਮੈਂ ਪਿੱਛੇ ਇੱਕ ਫੋਟੋ ਆ ਰਹੀ ਸੀ, ਇੱਕ ਬ੍ਰਾਂਡ ਆ ਨਾਈਕ, ਉਹ ਪੰਜਾਬੀ 'ਚ ਲਿਖਿਆ ਸਾਹਮਣੇ ਆ ਰਿਹਾ ਸੀ, ਤਾਂ ਉਹਦਾ ਅਸਰ ਦਿਖ ਰਿਹਾ। ਇਹ ਉੱਥੋਂ ਦੀ ਜਿਹੜੀ ਪੰਜਾਬੀ ਪ੍ਰੇਮੀ ਹੈ, ਸਾਹਿਤ ਸੁਭਾਵਾਂ, ਉਹਨਾਂ ਦੇ ਦਬਾਅ ਦਾ ਅਸਰ ਹੈ, ਉਹਨਾਂ ਦੇ ਦਬਾਅ ਦਾ ਅਸਰ ਹੈ ਕਿ ਥਾਂ ਥਾਂ ਦੇ ਉੱਤੇ ਜਾ ਕੇ ਸਾਡੇ ਪੰਜਾਬੀ ਪ੍ਰੇਮੀਆਂ ਨੇ, ਸਾਹਿਤ ਦੇ ਪੰਜਾਬੀ ਪ੍ਰੇਮੀਆਂ ਨੇ ਉੱਥੇ ਜਾ ਕੇ ਉਹਨਾਂ ਨੂੰ ਮਿਲਦੇ ਆ, ਉਹਨਾਂ ਦੇ MLA ਕੋਲ ਜਾਂਦੇ ਆ, ਉੱਥੇ ਧਰਨੇ ਮੁਜ਼ਾਹਰੇ ਵੀ ਕਰਦੇ ਆ ਉਹਦਾ। ਤੇ ਇਹਦੇ ਉੱਤੇ ਅਸੀਂ ਇਹਦੀ ਭਗਵੰਤ ਮਾਨ ਦੀ ਇਸ ਗੱਲ ਨੂੰ ਸਵਾਗਤ ਕਰਦੇ ਹਾਂ ਤੇ ਇਹ ਵੀ ਮੰਗ ਕਰਦੇ ਹਾਂ ਕਿ ਜਿਹੜੇ ਹੋਰ ਬਾਕੀ ਦੇ ਕਦਮ ਹੈ ਉਹ ਵੀ ਚੁੱਕੇ ਜਾਣ ਪੰਜਾਬੀ ਦੇ ਹੱਕ ਵਿੱਚ। ਔਰ ਚੰਡੀਗੜ੍ਹ ਵਿੱਚ ਵੀ ਪਹਿਲੀ ਭਾਸ਼ਾ ਬਣਾਈ ਜਾਵੇ। ਚੰਡੀਗੜ੍ਹ ਦੇ ਵਿੱਚ ਪਹਿਲੀ ਭਾਸ਼ਾ ਉਹ ਬਣਾ ਨਹੀਂ ਸਕਦਾ, ਇਹ ਸੈਂਟਰ ਨੇ ਬਣਾਉਣੀ ਹੈ। ਬਸ ਉਹ ਆਪਣਾ ਦਬਾਅ ਪਾਵੇ, ਪੰਜਾਬ ਅਸੈਂਬਲੀ ਵੱਲੋਂ ਮਤਾ ਕੀਤਾ ਜਾਵੇ ਕਿ ਚੰਡੀਗੜ੍ਹ ਦੀ ਜਿਹੜੀ ਭਾਸ਼ਾ ਹੈ ਉਹ ਪਹਿਲੇ ਨੰਬਰ ਦੇ ਉੱਤੇ ਪੰਜਾਬੀ ਹੋਣੀ ਚਾਹੀਦੀ ਹੈ। ਇੱਕ ਗੱਲ ਹੋਰ ਕਲੀਅਰ ਕਰਦੇ ਹਾਂ, ਅਸੀਂ ਅੰਗਰੇਜ਼ੀ ਦੇ ਜਾਂ ਹਿੰਦੀ ਦੇ ਖਿਲਾਫ ਨਹੀਂ ਹਾਂ,
ਜਿੰਨੀਆਂ ਤੁਸੀਂ ਵੱਧ ਤੋਂ ਵੱਧ ਭਾਸ਼ਾਵਾਂ ਜਾਣਦੇ ਹੋ ਜਾਂ ਪੜ੍ਹ ਲਵੋ ਉਹ ਚੰਗੀਆਂ ਹੁੰਦੀਆਂ ਨੇ, ਫਾਇਦੇਮੰਦ ਹੁੰਦੀਆਂ ਨੇ। ਉਹ ਵੀ ਪੜ੍ਹਨ ਜਿਹਨੇ ਪੜ੍ਹਨੀ ਹੈ ਨਾਲ ਪੜ੍ਹਨ, ਪਰ ਪਹਿਲੇ ਨੰਬਰ ਦੇ ਉੱਤੇ ਇਹਦੀ ਜਿਹੜੀ ਭਾਸ਼ਾ ਹੈ ਉਹ ਪੰਜਾਬੀ ਨੂੰ ਉਹਦਾ ਮਾਣ ਮਿਲਣਾ ਚਾਹੀਦਾ ਹੈ। ਜਦੋਂ ਆਪਣੇ ਦੇਸ਼ ਦੇ ਵਿੱਚ ਕਹਿ ਲਓ ਵੀ ਵਨ ਨੇਸ਼ਨ ਵਨ ਲੈਂਗੁਏਜ ਵਨ ਰਿਲੀਜਨ ਵਾਲਾ ਇਹੋ ਜਿਹੀ ਹਵਾ ਚੱਲ ਰਹੀ ਆ, ਉੱਥੇ ਕੀ ਇਹ ਉਪਰਾਲੇ ਕੀ ਇਹ ਧਰਨੇ ਕਾਰਗਰ ਹੋਣਗੇ? ਜਿਹੜੀ ਤੁਸੀਂ ਕਹਿ ਰਹੇ ਹੋ ਨਾ, ਇਹ ਹਵਾ ਬਣਾਈ ਜਾ ਰਹੀ ਹੈ ਕਿ ਇੱਕ ਨੇਸ਼ਨ ਤੇ ਇੱਕ ਬੋਲੀ ਜਾਂ ਇੱਕ ਧਰਮ, ਇਹ ਬਹੁਤ ਖਤਰਨਾਕ ਹੈ। ਇਹ ਦੇਸ਼ ਨੂੰ ਤੋੜ ਦੇਗੀ। ਜਿੱਥੇ ਇੰਨੇ ਵੱਖਰੇ ਵੱਖਰੇ ਸੱਭਿਆਚਾਰ ਹੈ, ਵੱਖਰੀਆਂ ਵੱਖਰੀਆਂ ਭਾਸ਼ਾਵਾਂ ਹਨ ਤੇ ਵੱਖਰੇ ਵੱਖਰੇ ਧਰਮ ਹਨ, ਸਾਰਿਆਂ ਦਾ ਸਤਿਕਾਰ ਕਰਕੇ ਸਾਰਿਆਂ ਨੂੰ ਬਰਾਬਰ ਦੇ ਹੱਕ ਹੀ ਮਿਲਣੇ ਚਾਹੀਦੇ ਹੈ। ਤੇ ਇਸ ਰਾਹ ਦੇ ਉੱਤੇ ਜਿਹੜਾ ਵੀ ਕੋਈ ਕਰ ਰਿਹਾ ਉਹਨੂੰ ਨਹੀਂ ਪੈਣਾ ਚਾਹੀਦਾ। ਉਹ ਦੇਸ਼ ਦਾ ਤੇ ਆਪਣੇ ਲੋਕਾਂ ਦਾ ਤੇ ਭਾਸ਼ਾ ਦਾ ਸੱਭਿਆਚਾਰ ਦਾ ਨੁਕਸਾਨ ਕਰ ਰਿਹਾ ਹੈ। ਅਖੀਰ ਵਿੱਚ ਬਾਹਰ ਵਸਦੇ ਜਿਹੜੇ ਪੰਜਾਬੀ ਨੇ, ਜਿਹੜੇ ਪੰਜਾਬੀ ਨੂੰ ਮੋਹ ਪਿਆਰ ਕਰਦੇ ਨੇ, ਉਹ ਤੁਹਾਨੂੰ ਵੇਖਣਗੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ, ਕੀ ਸੁਨੇਹਾ ਦਿਓਗੇ? ਜਿਹੜੇ ਬਾਹਰ ਵਸਦੇ ਪੰਜਾਬੀ ਹੈ, ਔਰ ਮੈਂ ਇਹ ਮਹਿਸੂਸ ਕੀਤਾ ਹੈ ਕਿ ਉਹ ਸਾਡੇ ਇੱਥੋਂ ਦੇ ਲੋਕਾਂ ਨਾਲੋਂ ਵੀ ਵੱਧ ਪੰਜਾਬੀ ਨੂੰ ਪਿਆਰ ਕਰਦੇ ਹੈ। ਪਰ ਇਹ ਜ਼ਰੂਰ ਮੈਂ ਕਹੂੰਗਾ ਉੱਥੇ ਤੁਸੀਂ ਪੰਜਾਬੀ ਨੂੰ ਪਿਆਰ ਵੀ ਕਰੋ ਤੇ ਜਿਹੜੀ ਉਹਨਾਂ ਦੀ ਭਾਸ਼ਾ ਹੈ, ਜਿਹੜੇ ਉਹਨਾਂ ਦੇ ਸੱਭਿਆਚਾਰ ਹੈ, ਉਸ ਨੂੰ ਵੀ ਪਿਆਰ ਕਰੋ, ਉਸ ਨੂੰ ਵੀ ਸਤਿਕਾਰ ਕਰੋ। ਤੇ ਸਾਡੇ ਲਈ ਆਪਣੀ ਆਵਾਜ਼ ਜਦੋਂ ਉਹ ਉਠਾਉਂਦੇ ਆ, ਸਾਨੂੰ ਉਹਦਾ ਫਾਇਦਾ ਹੁੰਦਾ ਹੈ ਔਰ ਅਸੀਂ ਉਹਨਾਂ ਨੂੰ ਉਹਨਾਂ ਦੇ ਸਮਰਥਨ ਨੂੰ ਜੀ ਆਇਆਂ ਕਹਿੰਦੇ ਆ। ਪਰ ਲੜਾਈ ਅਸੀਂ ਇੱਥੋਂ ਵਾਲਿਆਂ ਨੇ ਆਪ ਕਰਨੀ ਹੈ, ਬਾਹਰੋਂ ਨਹੀਂ ਕੋਈ ਇਨਕਲਾਬ ਨੂੰ ਲਿਜਾ ਕੇ ਕਿਤੇ ਠੋਸ ਸਕਦਾ। ਚੰਡੀਗੜ੍ਹ ਦੇ ਵਿੱਚ ਨਾ ਮੋਹਾਲੀ ਦੀ ਗੱਲ ਕਰਦਾ ਮੈਂ। ਮੋਹਾਲੀ ਇੱਕ ਐਸਾ ਸ਼ਹਿਰ ਹੈ ਜਿੱਥੇ ਪੰਜਾਬੀ ਜ਼ਿਆਦਾਤਰ ਅੰਗਰੇਜ਼ੀ ਦਾ ਉਹਨਾਂ ਦਾ ਦਬਦਬਾ ਬਹੁਤ ਜ਼ਿਆਦਾ ਹੈ। ਪਰ ਮੈਂ ਭਗਵੰਤ ਮਾਨ ਜੀ ਨੇ 21 ਤਰੀਕ ਰੱਖੀ ਸੀਗੀ ਕੌਮੀ ਪੰਜਾਬੀ ਜਿਹੜੀ ਡੇ ਮਨਾਇਆ ਜਾਂਦਾ, ਕਿਤੇ ਵੀ ਸਭ ਤੋਂ ਵਧੀਆ ਮਾਰਕੀਟ ਆ, ਸਭ ਤੋਂ ਡਿਵੈਲਪਡ ਮਾਰਕੀਟ ਹੈ, ਜਿੱਥੇ ਉੱਥੇ ਇੱਕ ਵੀ ਕਿਤੇ ਬੋਰਡ ਤੁਹਾਨੂੰ ਨਜ਼ਰ ਆ ਜਾਵੇ। ਕੱਲ੍ਹ ਮੈਂ ਰਾਤ ਉੱਥੇ ਸਾਰਾ ਦੇਖ ਕੇ ਆਇਆ, ਸਾਰੀ ਮਾਰਕੀਟ ਮੈਂ ਘੁੰਮੀ ਹੈ, ਕਿਉਂਕਿ ਮੈਂ ਤੇ ਚੰਡੀਗੜ੍ਹ ਪੰਜਾਬੀ ਮੰਚ ਦਾ ਇੱਥੇ ਦਾ ਮੈਂਬਰ ਹੈ, ਐਗਜ਼ੈਕਟਿਵ ਦਾ ਮੈਂਬਰ ਹੈ। ਅਸੀਂ ਪਿਛਲੇ 3 ਦਹਾਕਿਆਂ ਤੋਂ ਲੱਗੇ ਹੋਏ ਆ, ਬਹੁਤ ਹਰ ਇਹ 21 ਤਰੀਕ ਤੋਂ ਬਾਅਦ ਵੀ ਪਹਿਲਾਂ ਵੀ ਸਾਡੇ ਧਰਨੇ ਇੱਥੇ ਚੱਲਦੇ ਰਹਿੰਦੇ ਨੇ। ਪਰ ਅਜੇ ਵੀ ਕੋਸ਼ਿਸ਼ਾਂ ਜਿਹੜੀਆਂ ਕਰ ਤਾਂ ਜ਼ਰੂਰ ਰਹੇ ਨੇ, ਪਰ ਇੰਨੀ ਕੋਸ਼ਿਸ਼ ਜਿਹੜੀ ਜ਼ਬਰਦਸਤ ਹੋਣੀ ਚਾਹੀਦੀ ਸੀ, ਜਿਹੜੀ ਨਹੀਂ ਦੇਖਣ ਨੂੰ ਮਿਲੀ ਹੈ ਮੋਹਾਲੀ ਦੇ ਵਿੱਚ। ਭਾਸ਼ਾ ਵਿਭਾਗ ਅੱਜ ਉੱਥੇ ਆਪਣਾ ਦਿਨ ਮਨਾ ਰਹੇ ਆ, ਚੰਡੀਗੜ੍ਹ ਅਸੀਂ ਆਪਣਾ ਮਨਾ ਰਹੇ ਹਾਂ। ਚੰਡੀਗੜ੍ਹ ਤਾਂ ਅਹਿਮੀਅਤ ਰੱਖਦਾ ਵੀ ਅਸੀਂ ਚੰਡੀਗੜ੍ਹ ਦੇ ਵਿੱਚ ਪੰਜਾਬੀ ਨੂੰ ਬਹੁਤ ਹੀ ਪਿੱਛੇ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਪੰਜਾਬੀ ਲੋਕ ਇੱਥੇ ਰਹਿੰਦੇ ਨੇ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ। ਪੰਜਾਬੀ ਇੱਥੇ ਚੰਡੀਗੜ੍ਹ ਦੇ ਵਿੱਚ ਉਹ ਬਣੀ ਹੋਈ ਆ ਪਿੰਡੂ ਸੰਘਰਸ਼ ਸਮਿਤੀ, ਉਹਨਾਂ ਦੀ ਸਰਪ੍ਰਸਤ ਨੇ। ਉਹਨਾਂ ਨੇ ਹੁਣ ਸਾਡੇ ਕਿ ਮੈਂ ਆਪਣੇ ਬੱਚਿਆਂ ਨੂੰ ਇੱਥੇ, ਮੇਰੇ ਬੱਚੇ ਇੱਥੇ ਪੜ੍ਹੇ ਆ, ਮੈਂ ਮੋਹਾਲੀ ਸੈਟਲ ਹੋ ਗਿਆ, ਰਿਟਾਇਰਮੈਂਟ ਹੋ ਗਈ ਮੈਂ। ਉਸ ਤੋਂ ਬਾਅਦ ਜਿਸ ਵੇਲੇ ਮੇਰੇ ਬੱਚੇ ਇੱਥੇ ਪੜ੍ਹਦੇ ਸੀ ਮਾਡਲ ਸਕੂਲਾਂ ਦੇ ਵਿੱਚ, ਮੈਂ 8ਵੀਂ ਤੋਂ ਬਾਅਦ ਜਦੋਂ 7ਵੀਂ ਤੋਂ ਬਾਅਦ 8ਵੀਂ ਸਕੂਲ 'ਚ ਪਾਉਣ ਗਿਆ 16 ਮਾਡਲ ਦੇ ਵਿੱਚ, ਉੱਥੇ ਦੀ ਟੀਚਰ ਨੇ ਮੈਨੂੰ ਬਿਲਕੁਲ ਜਵਾਬ ਦੇ ਦਿੱਤਾ ਸੀ। ਮੈਂ ਪੰਜਾਬੀ ਉਹਨੂੰ ਰੱਖੀ ਸੀਗੀ, ਉਹਦੇ ਵਿੱਚ ਹਿੰਦੀ ਦੇ ਬਾਅਦ ਪੰਜਾਬੀ ਰੱਖੀ ਸੀ। ਜੇ ਮੈਨੂੰ ਬਾਅਦ ਵਿੱਚ ਉਹ ਪੰਜਾਬੀ ਦੇ ਦੋਨਾਂ ਬੱਚਿਆਂ ਨੂੰ ਮੈਨੂੰ ਪੰਜਾਬ ਤੋਂ ਐਕਸਟਰਾ ਜਿਹੜਾ ਵਾਧੂ ਵਿਸ਼ੇ ਦੇ ਵਿੱਚ ਜਾ ਕੇ ਉਹ ਪੰਜਾਬੀ ਪਾਸ ਕਰਾਉਣੀ ਪਈ, ਤਾਂ ਕਿ ਪੰਜਾਬ 'ਚ ਅਸੀਂ ਕੱਲ੍ਹ ਨੌਕਰੀ ਵਾਸਤੇ ਅਪਲਾਈ ਕਰ ਸਕੀਏ। ਇਸ ਕਰਕੇ ਪੰਜਾਬ ਦੀ ਜਿਹੜੀ ਕੋਸ਼ਿਸ਼ਾਂ ਨੇ ਉਹ ਸ਼ੁਰੂਆਤ ਹੀ ਹੋਈ ਹੈ ਅਜੇ। ਬਾਕੀ ਇੰਨੀ ਕੋਸ਼ਿਸ਼ ਜ਼ਬਰਦਸਤ ਹੋਣੀ ਚਾਹੀਦੀ ਸੀ, 21 ਤਰੀਕ ਤੱਕ ਸਾਰੇ ਬੋਰਡ ਲੱਗਣੇ ਚਾਹੀਦੇ ਸੀਗੇ। ਤੁਸੀਂ ਸੈਟੀਸਫਾਈ ਨਹੀਂ ਹੋ ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਤੇ? ਸੈਟੀਸਫਾਈ ਦੀ ਗੱਲ ਨਹੀਂ ਕਰ ਰਿਹਾ ਮੈਂ, ਕੋਸ਼ਿਸ਼ ਜਿਹੜੀ ਹੈ ਉਹ ਪੂਰੀ ਨਹੀਂ ਹੈਗੀ ਉਹਨਾਂ ਦੀ। ਦੇਖੋ ਸਿੱਧੀ ਜੀ ਗੱਲ, ਜੇ ਉਹ ਜਿੰਨਾ ਕੁ ਉਹਨਾਂ ਨੇ ਕਰਿਆ ਉਹਨੂੰ ਆਓ ਭਗਤਾ ਕਹਿੰਦੇ ਹੋ, ਪਰ ਉਹ ਦੇਖੋ ਤੁਸੀਂ ਉਹ ਜਿਹੜਾ ਪੰਜਾਬੀ ਬੋਰਡ ਦਾ ਮੇਰੇ ਕੋਲ ਅਜੇ ਤੱਕ ਲੈਟਰ ਉਹਨਾਂ ਦਾ ਪਿਆ, ਉਹ ਇੰਗਲਿਸ਼ ਵਿੱਚ ਹੋਇਆ, ਬਾਅਦ ਵਿੱਚ ਉਹਨੇ ਸੁਧਾਰ ਕੀਤਾ ਇਹਨੂੰ। ਇੰਗਲਿਸ਼ ਵਿੱਚ ਲੈਟਰ ਕੱਢਿਆ ਗਿਆ ਵੀ 21 ਤਰੀਕ ਤੋਂ ਪਹਿਲਾਂ ਸਾਰੇ ਪੰਜਾਬੀ 'ਚ ਬੋਰਡ ਲੱਗਣੇ ਚਾਹੀਦੇ ਆ। ਮੈਂ ਉੱਥੇ ਦੁਕਾਨਦਾਰਾਂ ਨੂੰ ਕਈਆਂ ਨੂੰ ਜਾਣਦਾ, 7 ਫੇਜ਼ ਮੈਂ ਰਹਿਣਾ ਆ, ਉੱਥੇ ਅਜੇ ਤੱਕ ਉਹ 605 'ਚ ਪਏ ਹੋਏ ਆ ਵੀ ਅਸੀਂ ਕਿੱਦਾਂ ਲਾਈਏ। ਸਾਡੇ ਵੱਡੇ ਵੱਡੇ ਬੋਰਡ ਜਗਣ ਵਾਲੇ ਲੱਗੇ ਹੋਏ ਆ ਤੇ ਉਹਨਾਂ ਨੇ ਕੋਈ ਸ਼ੁਰੂ ਨਹੀਂ ਕੀਤਾ ਅਜੇ ਤੱਕ ਕੰਮ। ਅੱਛਾ, ਤੁਸੀਂ ਕਿਵੇਂ ਵੇਖਦੇ ਹੋ ਇਸ ਚੀਜ਼ ਨੂੰ, ਜਿਹੜਾ 21 ਤਰੀਕ ਨੂੰ ਭਗਵੰਤ ਮਾਨ ਹੋਰਾਂ ਨੇ ਵੀ ਕਿਹਾ ਸੀ ਵੀ ਬੋਰਡ ਪੰਜਾਬੀ 'ਚ ਲੱਗਣੇ ਚਾਹੀਦੇ ਆ? ਬਿਲਕੁਲ ਬਹੁਤ ਸੋਹਣਾ ਉਦਮ ਹੈ, ਮੇਰਾ ਖਿਆਲ ਤਾਰੀਫ ਕਰਨੀ ਬਣਦੀ ਹੈ ਉਸ ਬੰਦੇ ਦੀ। ਪਰ ਇਹ ਗੱਲ ਨਾ ਕਿਤੇ ਇੱਥੇ ਕਾਗਜ਼ੀ ਨਾ ਰਹਿ ਜਾਵੇ, ਗੱਲਾਂ ਬਾਤਾਂ ਹੀ ਨਾ ਹੋਵੇ, ਐਕਸ਼ਨ ਹੋਣਾ ਚਾਹੀਦਾ ਉਹਨਾਂ ਬੰਦਿਆਂ 'ਤੇ ਜਿਹੜੇ ਨਹੀਂ ਲਾਉਂਦੇ। ਔਰ ਮੈਂ ਇਹ ਸਮਝਦਾ ਹਾਂ ਵੀ ਜਿਹੜੀ ਖਿੱਤੇ ਦੀ ਬੋਲੀ ਦੀ ਰੱਖਿਆ ਕਰਨੀ ਨਾ, ਇਹ ਕਨਸਟੀਟਿਊਸ਼ਨ 'ਚ ਹੱਕ ਹੈ ਉੱਥੇ ਦੇ ਲੋਕਾਂ ਨੂੰ ਕਿ ਸਰਕਾਰ ਉਹਦੀ ਰਾਖੀ ਕਰੇ। ਜੋ ਲਾਗੂ ਨਹੀਂ ਤਾਂ ਕਾਨੂੰਨ ਦੇ ਅਨੁਸਾਰ ਉਹਨੂੰ ਲਾਗੂ ਕਰਾਵੇ, ਉਸ ਖਿੱਤੇ 'ਚ ਲਾਗੂ ਕਰਾਵੇ। ਇਹ ਹਰ ਸਰਕਾਰ 'ਤੇ ਬੈਠਿਆ ਲੋਕਾਂ ਦਾ ਫਰਜ਼ ਬਣਦਾ ਹੈ, ਕਨਸਟੀਟਿਊਸ਼ਨਲ ਫਰਜ਼ ਬਣਦਾ ਹੈ। ਔਰ ਅਸੀਂ ਚਾਹੁੰਦੇ ਹਾਂ, ਇੱਥੇ ਅਸੀਂ ਆਏ ਸੀ ਅੱਜ, ਇੱਥੇ ਮੈਂ ਤਰਕਸ਼ੀਲ ਸੁਸਾਇਟੀ ਚੰਡੀਗੜ੍ਹ ਵੱਲੋਂ ਮੈਂ ਜਥੇਬੰਦਕ ਮੁਖੀ ਹਾਂ ਉਹਦਾ। ਅਸੀਂ ਸਾਡੀ ਜਥੇਬੰਦੀ ਪੰਜਾਬੀ ਮੰਚ ਨਾਲ ਅੱਜ ਕੋਲੈਬੋਰੇਸ਼ਨ ਕਰਕੇ ਇੱਥੇ ਪਹੁੰਚੇ ਹਾਂ ਅਸੀਂ। ਔਰ ਅਸੀਂ ਇਹ ਅੱਜ ਇਹੀ ਮੈਸੇਜ ਦਿੰਦੇ ਹਾਂ ਲੋਕਾਂ ਨੂੰ
ਵੀ ਤੁਸੀਂ ਬੋਲੀ ਨੂੰ ਨਾ ਕਿਸੇ ਧਰਮ ਨਾਲ, ਜਾਤ ਨਾਲ, ਫਿਰਕੇ ਨਾਲ ਨਹੀਂ ਦੇਖਣਾ। ਮੇਰਾ ਨਾ ਅਗਲਾ ਸਵਾਲ ਵੀ ਇਹੀ ਸੀਗਾ ਵੀ ਜਦੋਂ ਕਈ ਕਹਿੰਦੇ ਆ ਵੀ ਜਿਹੜੀ ਪੰਜਾਬੀ ਬੋਲੀ ਆ, ਗੁਰਮੁਖੀ ਦੀ ਜੇ ਗੱਲ ਕਰੀਏ, ਗੁਰੂ ਗ੍ਰੰਥ ਸਾਹਿਬ ਨਾਲ ਜੋੜ ਕੇ ਦੇਖਦੇ ਆ, ਧਰਮ ਨਾਲ ਜੋੜ ਕੇ ਵੇਖਦੇ ਆ, ਜਦੋਂ ਕਿ 8 ਕਰੋੜ ਦੇ ਨੇੜ ਪਾਕਿਸਤਾਨ 'ਚ ਬੋਲਦੇ ਆ ਬੋਲੀ, ਉਹਨਾਂ ਦੀ ਲਿਪੀ ਸ਼ਾਹਮੁਖੀ ਆ, ਆਪਣੀ ਗੁਰਮੁਖੀ ਆ। ਸੋ ਇਹਨੂੰ ਕਿਵੇਂ ਵੇਖਦੇ ਹੋ ਤੁਸੀਂ? ਇਹਨੂੰ ਅਸੀਂ ਐਵੇਂ ਦੇਖਦੇ ਹਾਂ ਵੀ ਅਸੀਂ ਮੰਨਦੇ ਹਾਂ, ਬਿਲਕੁਲ ਸਹੀ ਗੱਲ ਹੈ, ਬਾਬੇ ਨਾਨਕ ਦੀ ਬੋਲੀ ਆ, ਪਰ ਬੁੱਲੇ ਸ਼ਾਹ ਦੀ ਵੀ ਬੋਲੀ ਆ, ਹਾਸ਼ਮ ਦੀ ਵੀ ਬੋਲੀ ਆ, ਪੀਲੂ ਦੀ ਵੀ ਬੋਲੀ ਆ, ਵਾਰਿਸ਼ ਦੀ ਬੋਲੀ ਆ। ਕਿਸ ਨੂੰ ਅਸੀਂ ਮਾਈਨਸ ਕਰ ਸਕਦੇ ਹਾਂ? ਬੋਲੀ ਹਮੇਸ਼ਾ ਉੱਥੇ ਖਿੱਤੇ 'ਚ ਵਸਦੇ ਲੋਕਾਂ ਦੀ ਹੁੰਦੀ ਹੈ, ਨਾ ਕਿਸੇ ਧਰਮ ਦੀ, ਨਾ ਕਿਸੇ ਜਾਤ ਦੀ, ਨਾ ਕਿਸੇ ਫਿਰਕੇ ਦੀ। ਕਹਿੰਦੇ ਜਿਹੜੀ ਸਰਹੱਦੀ ਹੁੰਦੀ ਹੈਗੀ ਹੈ, ਸਰਹੱਦੀ ਵੀ ਨਹੀਂ ਹੁੰਦੀ, ਪਰ ਦਰਅਸਲ ਜਿਹੜੀ ਮੇਨ ਹੈਗਾ ਨਾ, ਕਹਿੰਦੇ ਭਾਸ਼ਾ ਬੋਲੀ ਨਹੀਂ ਮਰਦੀ, ਉਹਨੂੰ ਲਿਖਣ ਲਈ ਜਿਹੜੀ ਲਿਪੀ ਹੁੰਦੀ ਹੈ ਨਾ ਉਹ ਮਰਦੀ ਆ। ਜਿਵੇਂ ਅੱਜ ਕੱਲ੍ਹ ਜਿਹੜਾ ਰੋਮਨ ਦੇ ਵਿੱਚ ਆਪਾਂ ਪੰਜਾਬੀ ਲਿਖ ਰਹੇ ਹਾਂ, ਮੈਸੇਜ ਵੀ ਉੱਦਾਂ ਹੀ ਹੁੰਦਾ। ਸੋ ਇਹ ਗੁਰਮੁਖੀ ਨੂੰ ਅੱਛਾ ਬੋਲ ਤਾਂ ਸਾਰੇ ਲੈਂਦੇ, ਪਰ ਪੜ੍ਹਨੀ ਲਿਖਣੀ ਨਹੀਂ ਆਉਂਦੀ। ਨਹੀਂ, ਅਸੀਂ ਸਮਝਦੇ ਹਾਂ ਵੀ ਬੋਲੀ ਮਰਦੀ ਹੈ। ਜਦ ਬੋਲੀ ਨੂੰ ਸਰਕਾਰੀ ਸਰਪ੍ਰਸਤੀ ਨਹੀਂ ਮਿਲਦੀ, ਲੋਕਾਂ ਦੀ ਸਪੋਰਟ ਨਹੀਂ ਮਿਲਦੀ, ਲੋਕਾਂ ਦੀ ਚੇਤਨਾ ਜਾਗਦੀ ਨਹੀਂ, ਤਾਂ ਬੋਲੀ ਮਰਦੀ ਹੈ। ਜਦ ਤੁਹਾਡੀ ਲਿਪੀ ਉਹ ਬਦਲ ਗਈ, ਤੁਸੀਂ 1-2 ਲਫ਼ਜ਼ ਪੰਜਾਬੀ ਦੇ ਰਹਿ ਜਾਣਾ, ਬਾਕੀ ਦੇ ਅੰਗਰੇਜ਼ੀ ਦੇ ਘੁਸੜ ਜਾਣੇ ਆ, ਹੋਰ ਹਿੰਦੀ ਦੇ ਵੜ ਜਾਣੇ ਆ, ਫਿਰ ਬਾਕੀ ਰਹਿ ਕੇ ਜਾਣਾ। ਜਿੰਨਾ ਕੁਝ ਬੋਲਣਾ ਉਹਦੇ 'ਚ ਮੈਕਸਿਮਮ ਸ਼ਬਦ ਹੋਰ ਭਾਸ਼ਾ ਦੇ ਆ ਜਾਣੇ ਆ। ਅਸੀਂ ਕਹੀ ਜਾਓ, ਇਹ ਜਿਹੜੇ ਕਹੀ ਜਾਓ, ਕੁਝ ਵੀ ਕਹੀ ਜਾਓ। ਜਿਹੜੇ ਇਹ ਮਤਲਬ ਵੀ ਬੋਰਡ ਲਾਉਣ ਦੀ ਗੱਲ ਹੋ ਗਈ ਜਾਂ ਦਫ਼ਤਰਾਂ ਦੇ ਵਿੱਚ ਭਾਸ਼ਾ ਪੰਜਾਬੀ ਵਰਤਣ ਦੀ ਗੱਲ ਹੋ ਗਈ, ਇਹ ਇਸੇ ਲਈ ਹੈ ਵੀ ਤਾਂ ਕਿ ਲਿਪੀ ਨਾ ਮਰੇ? ਨਹੀਂ, ਇਹ ਮੈਂ ਸਮਝਦਾ ਇਹ ਮੁੱਢਲਾ ਕੰਮ ਹੈ। ਇਹ ਤਾਂ ਬਹੁਤ ਦੇਰ ਪਹਿਲਾਂ ਹੋ ਜਾਣਾ ਚਾਹੀਦਾ ਸੀ, ਜਦੋਂ ਪੰਜਾਬ ਬਣੇ ਸੀ, ਜਦ ਇਹ ਲਾਗੂ ਹੋ ਜਾਣਾ ਚਾਹੀਦਾ ਸੀ ਇੱਥੇ। ਇਹ ਤਾਂ ਬਹੁਤ ਲੇਟ ਹੋ ਗਿਆ। ਅਸੀਂ ਤਾਂ ਫਿਰ ਵੀ ਧੰਨਵਾਦ ਕਰਦੇ ਹਾਂ ਆਪ ਸਰਕਾਰ ਦੀ, ਆਪ ਵਾਲਿਆਂ ਦਾ, ਜਿਨ੍ਹਾਂ ਨੇ ਹੁਣ ਇਹ ਮੁੱਦਾ ਚੁੱਕਿਆ ਤਾਂ ਹੈ। ਇਹ ਤਾਂ ਮੁੱਦਾ ਹੀ ਨਹੀਂ ਬਣਿਆ ਕਿਸੇ ਦਾ, ਉਹ ਤਾਂ ਵੋਟਾਂ ਲੈਣੀਆਂ। ਹਿੰਦੁਸਤਾਨ ਦੀ ਰਾਜਨੀਤੀ ਨਹੀਂ ਹੈ ਇਹ, ਰਾਜਨੀਤੀ ਨਹੀਂ ਹੈ ਕਰਦੇ ਲੋਕ, ਇਹ ਤਾਂ ਤਜਾਰਤ ਕਰਦੇ ਆ, ਇਹ ਤਾਂ ਪੈਸਾ ਇਨਵੈਸਟ ਕਰਦੇ ਆ ਔਰ ਇਹਦੇ 'ਚੋਂ ਪ੍ਰੋਫਿਟ ਕੱਢਦੇ ਆ। ਇਹ ਮੁੱਦੇ ਤਾਂ ਭੁੱਲ ਹੀ ਗਏ ਕਿਹੜੇ ਮੁੱਦੇ ਆ, ਲੋਕਾਂ ਦੇ ਮੁੱਦੇ ਕਿਹੜੇ ਆ, ਜਿਨ੍ਹਾਂ ਦੀ ਇਹਨਾਂ ਦੀ ਜ਼ਿੰਮੇਵਾਰੀ ਉਹ ਕਿਹੜੀ ਆ। ਜਿਵੇਂ ਕਨਸਟੀਟਿਊਸ਼ਨ 'ਚ ਲਿਖਿਆ ਵਾ ਨਾ, ਫੰਡਾਮੈਂਟਲ ਰਾਈਟ ਸਰਕਾਰ ਨੇ ਲਾਗੂ ਕਰਨੇ ਆ, ਪਰ ਡਾਇਰੈਕਟਿਵ ਪ੍ਰਿੰਸੀਪਲ ਤਾਂ ਭੁੱਲ ਹੀ ਗਏ ਆ। ਇਹ ਭੁੱਲ ਹੀ ਗਏ ਸਾਡੀ ਜ਼ਿੰਮੇਵਾਰੀ ਆ। ਖਿੱਤੇ ਦੀ ਬੋਲੀ ਨੂੰ ਜਿਉਂਦਾ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ। ਕਾਨੂੰਨ ਬਣਿਆ ਹੋਇਆ, ਉਸ ਕਾਨੂੰਨ ਨੂੰ ਸਿਰਫ ਲਾਗੂ ਕਰਨ ਦੀ ਲੋੜ ਹੈ। ਉਹ ਦਿਮਾਗ 'ਚ ਚੇਤਨਾ ਹੋਣੀ ਚਾਹੀਦੀ ਆ। ਔਰ ਮੈਂ ਇੱਕ ਗੱਲ ਹੋਰ ਬਹੁਤ ਕਰਦਾ, ਮੈਂ ਸਟੇਜ 'ਤੇ ਵੀ ਅੱਜ ਕਹੀ ਆ ਵੀ ਜੇ ਕਿਤੇ ਬੋਲੀ ਲਾਗੂ ਹੋ ਰਹੀ ਹੈ ਉਸ ਖਿੱਤੇ ਦੀ, ਤਾਂ ਉੱਥੇ ਦੀ ਸਰਕਾਰ ਦਾ ਯੋਗਦਾਨ ਨਹੀਂ ਹੈ, ਉੱਥੇ ਦੇ ਲੋਕਾਂ ਦੀ ਚੇਤਨਾ ਦਾ ਯੋਗਦਾਨ ਹੈ। ਕਿਉਂਕਿ ਉੱਥੇ ਰਹਿਣ ਵਾਲੇ ਲੋਕ ਚੇਤਨ ਹੈ, ਆਪਣੀ ਬੋਲੀ ਪ੍ਰਤੀ ਜਾਗਦੇ ਆ, ਉਹ ਸੋ ਨਹੀਂ ਰਹੇ। ਅਸੀਂ ਤਾਂ ਸੋ ਰਹੇ ਹਾਂ ਪੰਜਾਬੀ ਤਾਂ। ਕਿੰਨੀ ਕੁ ਦੇਰ ਹੋਈ ਆ ਚੰਡੀਗੜ੍ਹ ਬਣੇ ਨੂੰ, ਅਸੀਂ ਹੁਣ ਹੀ ਇੱਥੇ ਰੁੜ ਗਈ ਪੰਜਾਬੀ, ਕਿੱਥੇ ਰਹਿ ਗਈ ਆ? ਕੁਛ ਖਿੱਤਿਆਂ ਤੱਕ ਰਹਿ ਗਈ, ਕੁਛ ਘਰਾਂ ਤੱਕ ਰਹਿ ਗਈ, ਘਰਾਂ 'ਚ ਵੀ ਵੜ ਗਈ ਹੋਰ ਲੈਂਗੁਏਜ। ਅੱਛਾ, ਜਿਹੜੇ ਚੰਡੀਗੜ੍ਹ ਦੇ ਵਿੱਚ ਵੀ ਪਹਿਲੀ ਲੈਂਗੁਏਜ ਹੋਣੀ ਚਾਹੀਦੀ ਹੈ ਪੰਜਾਬੀ? ਬਿਲਕੁਲ। ਚੰਡੀਗੜ੍ਹ ਦੇ ਲੋਕ ਇੱਥੋਂ 40 ਪਿੰਡ ਉਜਾੜ ਕੇ ਜਿਹੜਾ ਬਣਾਇਆ ਚੰਡੀਗੜ੍ਹ, ਇੱਥੇ ਦੇ ਲੋਕਾਂ ਦੀ ਪੰਜਾਬੀ ਹੈ ਔਰ ਮੈਕਸਿਮਮ ਇੱਥੇ ਪੰਜਾਬੀ ਸੀ। ਇਹ ਕਿਸੇ ਸਾਜ਼ਿਸ਼ ਦੇ ਤਹਿਤ ਘੱਟ ਗਿਣਤੀ 'ਚ ਰਹਿ ਜਾਣ ਉਹ ਅਲੱਗ ਬਾਤ ਹੈ, ਪਰ ਇੱਥੇ ਦੀ ਬੋਲੀ ਤਾਂ ਪੰਜਾਬੀ ਹੈ। ਇਹਨੂੰ ਤਾਂ ਜਿਉਂਦਾ ਰੱਖਣਾ ਇੱਥੇ ਪ੍ਰਸ਼ਾਸਨ ਕਰਦੇ ਲੋਕਾਂ ਦੀ ਜ਼ਿੰਮੇਵਾਰੀ ਹੈ, ਸ਼ਾਸਨ ਕਰਦੀ ਐਡਮਿਨਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਹੈ। ਇਹ ਜਿਹੜੇ ਨੋਮੀਨੇਟ ਹੋ ਕੇ ਆ ਜਾਂਦੇ ਨੇ ਦਿੱਲੀ ਤੋਂ ਇੱਥੇ ਬੜੇ ਬੜੇ ਅਫਸਰ, ਔਰ ਇੱਥੇ ਆ ਕੇ ਸਹੂਲਤਾਂ ਮਾਣਦੇ ਆ, ਇਹਨਾਂ ਨੂੰ ਪੰਜਾਬੀ ਸਾਗ ਬਹੁਤ ਚੰਗਾ ਲੱਗਦਾ, ਮੱਕੀ ਦੀ ਰੋਟੀ ਬਹੁਤ ਚੰਗੀ ਲੱਗਦੀ ਆ ਪੰਜਾਬੀਆਂ ਦੀ, ਗੰਨਾ ਬਹੁਤ ਚੰਗਾ ਲੱਗਦਾ, ਰਸ ਬਹੁਤ ਚੰਗਾ ਲੱਗਦਾ, ਪਰ ਪੰਜਾਬੀ ਬੋਲੀ ਪ੍ਰਤੀ ਫਰਜ਼ ਭੁੱਲ ਜਾਂਦੇ ਆ ਇਹ ਲੋਕ। ਇਹਨਾਂ ਦਾ ਫਰਜ਼ ਬਣਦਾ, ਮੇਰੀ ਬੇਟੀ ਡਾਕਟਰ ਹੈ, ਜਿੱਥੇ ਵੀ ਉਹਦੀ ਡਿਊਟੀ ਲੱਗਦੀ ਹੈ, ਉਹ ਕਈ ਦੇਸ਼ਾਂ 'ਚ ਜਾਂਦੀ ਹੈ ਵਰਕ ਕਰਦੀ, ਉਹ ਜਿੱਥੇ ਵੀ ਉਹਦੀ ਡਿਊਟੀ ਲੱਗਦੀ ਹੈ ਉਹਦਾ ਪਹਿਲਾ ਕੰਮ ਹੁੰਦਾ ਵੀ ਉੱਥੇ ਦੀ ਲੈਂਗੁਏਜ ਸਿੱਖ ਕੇ ਉਹਦੇ 'ਚ ਸਰਟੀਫਿਕੇਟ ਲੈ, ਪਾਸ ਕਰੋ ਐਗਜ਼ਾਮ, ਤਾਂ ਤੂੰ ਉੱਥੇ ਦੀ ਤਨਖਾਹ ਤੂੰ ਲੈਣ ਦੀ ਹੱਕਦਾਰ ਹੈ। ਇੱਥੇ ਤਾਂ ਕੋਈ ਵੀ ਆ ਜਾਵੇ, ਕਿਸੇ ਵੀ ਸਟੇਟ ਦਾ ਆ ਜਾਵੇ, ਉਹ ਆਪਣੀ ਬੋਲੀ ਲੈ ਕੇ ਆਉਂਦਾ, ਨਹੀਂ ਅੰਗਰੇਜ਼ੀ ਤਾਂ ਹੈ ਹੀ ਆ ਸਰ ਜਮਾਂ ਹੀ। ਇਹ ਲੋਕਾਂ ਦੇ ਥੋਪੀ ਵੀ ਆ ਯਾਰ। 29 ਬੋਲੀਆਂ, 29 ਸਟੇਟਾਂ 'ਚ ਕਿਸੇ ਦੀ ਬੋਲੀ ਅੰਗਰੇਜ਼ੀ ਆਈ ਨਹੀਂ, ਸਿਰਫ ਚੰਡੀਗੜ੍ਹ 'ਚ ਥੋਪੀ ਵੀ ਆ। ਕਿਉਂ? ਵਾਏ? ਨਹੀਂ ਹੈ, ਸਭ ਦੀ ਆਪਣੀ ਆਪਣੀ ਬੋਲੀ, ਉਸ ਖਿੱਤੇ ਦੀ ਬੋਲੀ ਆ, ਇੱਥੇ ਨਹੀਂ ਹੈਗੀ। ਇੱਥੇ ਸਾਡੇ ਨਾਲ ਧੱਕਾ ਹੋਇਆ ਔਰ ਇਸ ਧੱਕੇ ਦਾ ਅਸੀਂ ਟਿੱਕੇ ਨਹੀਂ ਬੈਠਾਂਗੇ। ਜਿੰਨੇ ਵੀ ਜਗਦੀ ਜ਼ਮੀਨ ਵਾਲੇ ਲੋਕ ਆ, ਜਗਦੀ ਚੇਤਨ ਵਾਲੇ ਲੋਕ ਆ, ਉਹ ਟਿੱਕੇ ਨਹੀਂ ਬੈਠਣਗੇ। ਉਹ ਸਾਰੇ ਸਾਥੀ, ਔਰ ਇਹ ਇਕੱਲਾ ਨਹੀਂ ਹੈ ਵੀ ਅੱਜ 21 ਫਰਵਰੀ ਨੂੰ ਇਹ ਅਸੀਂ ਕਰਾਂ, ਇਹ ਅਸੀਂ ਕਰਦੇ ਰਹਿੰਦੇ ਹਾਂ, ਮੀਟਿੰਗਾਂ ਚੱਲਦੀ ਰਹਿੰਦੀਆਂ। ਅਸੀਂ ਹਰ ਪੱਧਰ 'ਤੇ ਜਿੰਨੀ ਸਾਡੀ ਸਮਰੱਥਾ, ਅਸੀਂ ਪੰਜਾਬੀ ਨੂੰ ਲਾਗੂ ਕਰਵਾ ਕੇ ਹੀ ਦਮ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ। ਸੈਕਟਰ 17 'ਚ ਅਸੀਂ ਖੜ੍ਹੇ ਹਾਂ ਅਤੇ
ਭਗਵੰਤ ਮਾਨ ਨੇ ਪਿੱਛੇ ਜੇ ਕਿਹਾ ਸੀ ਵੀ 21 ਤਰੀਕ ਤੱਕ ਪੂਰੇ ਪੰਜਾਬ ਦੇ ਵਿੱਚ ਚੰਡੀਗੜ੍ਹ ਮਤਲਬ ਕਿ ਪੰਜਾਬੀ ਦੇ ਬੋਰਡ ਲੱਗ ਜਾਣੇ ਚਾਹੀਦੇ ਆ। ਪਰ ਮੈਨੂੰ ਇਸ ਗੱਲ ਦੀ ਬੜੀ ਸ਼ਰਮ ਮਹਿਸੂਸ ਹੋ ਰਹੀ ਹੈ ਕਹਿੰਦੇ ਹੋਏ ਨੂੰ ਕਿ ਇੱਕ ਪੰਜਾਬ ਦੇ ਲੋਕਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਯਾਦ ਕਰਵਾ ਰਿਹਾ ਵੀ ਤੁਹਾਡੀ ਮਾਂ ਬੋਲੀ ਪੰਜਾਬੀ ਆ, ਇਹਨੂੰ ਪੰਜਾਬੀ ਬੋਰਡ ਆਪਣੇ ਪੰਜਾਬੀ 'ਚ ਲਿਖ ਲਓ। ਸਾਨੂੰ ਪੰਜਾਬੀਆਂ ਨੂੰ ਸ਼ਰਮ ਆਉਣੀ ਚਾਹੀਦੀ ਕਿ ਸਰਕਾਰ ਦਾ ਨੁਮਾਇੰਦਾ ਸਾਨੂੰ ਯਾਦ ਕਰਾ ਰਿਹਾ। ਦੂਜੀ ਗੱਲ, ਪਿੱਛੇ ਜੇ ਕਰਨਾਟਕ ਦੇ ਵਿੱਚ ਇੱਕ ਫੈਸਟੀਵਲ ਮਨਾਇਆ ਗਿਆ ਯੂਥ ਫੈਸਟੀਵਲ, ਉੱਥੇ ਚੰਡੀਗੜ੍ਹ ਤੋਂ ਇੱਕ ਆਪਣੇ ਪ੍ਰਤੀਕ ਮਾਨ ਜੀ ਟੀਮ ਲੈ ਕੇ ਗਏ। ਉਹਨਾਂ ਨੇ ਸਾਨੂੰ ਆ ਕੇ ਦੱਸਿਆ ਵੀ ਉਸ ਦਾ ਜਿਹੜਾ ਸ਼ੁਰੂਆਤ ਕੀਤੀ ਹੈ ਉਹ ਨਰਿੰਦਰ ਮੋਦੀ ਜੀ ਆਏ ਨੇ, ਪਰ ਜਿਹੜਾ ਉੱਥੇ ਦਾ ਸੀਐਮ ਸੀਗਾ, ਸੀਐਮ ਨੇ ਇੱਕ ਵੀ ਵਰਡ ਜਾਂ ਹਿੰਦੀ ਜਾਂ ਕਿਸੇ ਹੋਰ ਲੈਂਗੁਏਜ 'ਚ ਨਹੀਂ ਬੋਲਿਆ। ਉਹਨੇ ਕਰਨਾਟਕੀ ਭਾਸ਼ਾ ਦੇ ਵਿੱਚ ਸਾਰਾ ਭਾਸ਼ਣ ਦਿੱਤਾ। ਇੱਥੇ ਤੱਕ ਵੀ ਧੰਨਵਾਦ ਮੋਦੀ ਦਾ ਉਹ ਵੀ ਕਰਨਾਟਕੀ ਭਾਸ਼ਾ ਦੇ ਵਿੱਚ ਕੀਤਾ। ਤੇ ਸਾਨੂੰ ਸ਼ਰਮ ਆਉਣੀ ਚਾਹੀਦੀ ਆ, ਅਸੀਂ ਪੰਜਾਬੀ ਹੋ ਕੇ ਆਪਣੀ ਜ਼ੁਬਾਨ ਸਾਡੀ ਪੰਜਾਬੀ ਨਹੀਂ ਬੋਲ ਸਕਦੀ। ਇਸ ਕਰਕੇ ਪੰਜਾਬੀਓ ਜਾਗੋ, ਜੇ ਤੁਸੀਂ ਨਹੀਂ ਜਾਗੋਗੇ ਕੱਲ੍ਹ ਨੂੰ ਸਾਡੇ ਬੱਚੇ ਸਕੂਲਾਂ 'ਚ ਪੰਜਾਬੀ ਤੋਂ ਅਨਪੜ੍ਹ ਰਹਿ ਜਾਣਗੇ। ਸਾਨੂੰ ਜਪਜੀ ਸਾਹਿਬ ਕੌਣ ਪੜ੍ਹਾਊਗਾ, ਗੁਰੂ ਗ੍ਰੰਥ ਸਾਹਿਬ ਨੂੰ ਕੌਣ ਪੜ੍ਹਾਊਗਾ। ਇਹ ਡਾਕਾ ਸਿਰਫ ਪੰਜਾਬੀ ਮਾਂ ਬੋਲੀ ਤੇ ਨਹੀਂ ਹੈ, ਪੰਜਾਬੀ ਮਾਂ ਬੋਲੀ ਤੇ ਵੀ ਹੈ ਔਰ ਸਾਡੀ ਸਿੱਖੀ ਤੇ ਵੀ ਡਾਕਾ ਹੈ। ਇਹਨੂੰ ਸਮਝੋ ਤੇ ਵੱਧ ਤੋਂ ਵੱਧ ਪੰਜਾਬੀ ਮੰਚ ਨਾਲ ਜੁੜੋ ਅਤੇ ਅਸੀਂ ਜਿਹੜਾ ਇਸ ਪੰਜਾਬੀ ਮਾਂ ਬੋਲੀ ਲਈ ਹਮਲਾ ਮਾਰੀਏ। ਧੰਨਵਾਦ ਜੀ। ਜਦੋਂ ਪੰਜਾਬੀ ਭਾਸ਼ਾ ਨਹੀਂ ਰਹੇਗੀ ਸਾਡਾ ਸੱਭਿਆਚਾਰ ਖਤਮ ਹੋ ਜਾਊਗਾ, ਸੱਭਿਆਚਾਰ ਖਤਮ ਹੋ ਸਾਡੇ ਰਿਸ਼ਤੇ ਖਤਮ ਹੋ ਜਾਣਗੇ। ਰਿਸ਼ਤੇ ਖਤਮ ਹੋ ਹੀ ਰਹੇ ਆ, ਭੂਆ ਫੁੱਫੜ ਮਾਸੀ ਮਾਮੀ ਤਾਇਆ ਚਾਚਾ ਇਹ ਸਾਰੇ ਖਤਮ ਹੋ ਰਹੇ। ਹੁਣ ਅੰਕਲ ਆਂਟੀ ਤੇ ਰਹਿ ਗਏ, ਗੱਲ ਆ ਗਈ ਸੌਰੀ ਰਹਿ ਗਈ। ਇਸ ਕਰਕੇ ਸਾਡੇ ਆਪਣੇ ਸੱਭਿਆਚਾਰ ਨੂੰ ਤਦ ਹੀ ਸੱਭਿਆਚਾਰ ਬਚੇਗਾ ਜੇ ਸਾਡੀ ਲੈਂਗੁਏਜ ਬਚੇਗੀ। ਪੰਜਾਬੀ ਜਿਹੜੀ ਭਾਸ਼ਾ ਹੈ ਉਹਨੂੰ ਜੇ ਬਚਾਵਾਂਗੇ ਅਸੀਂ ਤਾਂ ਹੀ ਜਾ ਕੇ ਸਾਡਾ ਸੱਭਿਆਚਾਰ ਬਚੇਗਾ। ਪ੍ਰੋਗਰਾਮ ਸਾਹਿਤਕ ਤੰਦਾਂ ਦੇ ਵਿੱਚ ਹੁਣ ਸਾਡੇ ਨਾਲ ਮੈਮ ਡਾਕਟਰ ਗੁਰਮਿੰਦਰ ਸਿੱਧੂ ਜੀ ਨੇ, ਖਹਿਰਾ ਸਾਹਿਬ ਨੇ। ਮੈਮ ਵਧਾਈਆਂ ਪਹਿਲਾਂ ਤਾਂ ਜੀ ਮਾਂ ਬੋਲੀ ਦਿਹਾੜੇ ਦੀਆਂ। ਜੀ ਮੇਰੇ ਵੱਲੋਂ ਵੀ ਸਾਰੇ ਪੰਜਾਬੀ ਪਿਆਰਿਆਂ ਨੂੰ ਮਾਂ ਬੋਲੀ ਦਿਵਸ ਦੀਆਂ ਵਧਾਈਆਂ। ਤੇ ਕਹਿਣਾ ਚਾਹੁੰਦੀ ਹਾਂ ਕਿ ਇੱਕ ਖਬਰ ਅਖਬਾਰਾਂ ਦੱਸੀ ਵਿੱਚ ਕਾਲਜੇ ਲੈ ਗਈ, ਮਿਟ ਜਾਣੀ ਪੰਜਾਬੀ ਬੋਲੀ, ਰਾਜ ਯੂਨੈਸਕੋ ਕਹਿ ਗਈ, ਜਾਗੋ ਵੇ ਪੰਜਾਬੀਓ ਫਿਰ ਇਹ ਵੇਲਾ ਹੱਥ ਨਹੀਂ ਆਉਣਾ, ਮਿਟ ਜਾਂਦੀ ਉਹ ਕੌਮ ਕਿ ਜਿਹਦੀ ਬੋਲੀ ਕਬਰੀ ਪੈ ਗਈ। ਤੇ ਸੋ ਸਾਨੂੰ ਆਪਣੀ ਬੋਲੀ ਨੂੰ, ਆਪਣੀ ਨਸਲ ਨੂੰ ਬਚਾਉਣ ਲਈ, ਆਪਣੀ ਕੌਮ ਨੂੰ ਬਚਾਉਣ ਲਈ ਮਾਂ ਬੋਲੀ ਪੰਜਾਬੀ ਲਈ ਸੰਘਰਸ਼ ਕਰਨਾ ਪੈਣਾ। ਤੇ ਇੱਥੇ ਜਿਵੇਂ ਰੋਸ ਧਰਨਾ ਹੋਇਆ, ਛੋਟੇ ਮੋਟੇ ਧਰਨੇ ਅਸੀਂ ਬਹੁਤ ਵਾਰੀ ਸ਼ਾਮਲ ਹੋਏ ਹਾਂ। ਧਰਨਾ ਹੁੰਦਾ, ਨਾਅਰੇ ਲਾਉਂਦੇ ਹਾਂ, ਭਾਸ਼ਣ ਦਿੰਦੇ ਹਾਂ, ਗੱਲ ਖਤਮ ਹੋ ਜਾਂਦੀ ਹੈ। ਗੱਲ ਖਤਮ ਨਹੀਂ ਹੋਣੀ ਚਾਹੀਦੀ, ਗੱਲ ਇੱਥੋਂ ਤੁਰਨੀ ਚਾਹੀਦੀ ਹੈ। ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਵੇਂ ਕਿਸਾਨ ਸੰਘਰਸ਼ ਦੇ ਵਿੱਚ ਹੋਇਆ ਸੀ, ਇਸ ਤਰ੍ਹਾਂ ਹੋ ਕੇ ਇਕੱਠੇ ਹੋ ਕੇ ਆਪਾਂ ਨੂੰ ਲੜਨਾ ਚਾਹੀਦਾ, ਜੂਝਣਾ ਚਾਹੀਦਾ ਤੇ ਆਪਣੀ ਮਾਂ ਬੋਲੀ ਨੂੰ ਬਚਾਉਣਾ ਚਾਹੀਦਾ। ਇਹਦੇ ਨਾਲ ਨਾਲ ਮੈਂ ਇਹ ਸੁਨੇਹਾ ਵੀ ਦਊਂਗੀ, ਜਿਵੇਂ ਆਪਾਂ ਪ੍ਰਸ਼ਾਸਨ ਤੋਂ ਚਾਹੁੰਦੇ ਹਾਂ ਕਿ ਪੰਜਾਬੀ ਬੋਲੀ ਲਾਗੂ ਹੋਵੇ, ਹੋਰ ਪੱਧਰ ਤੇ ਸਕੂਲਾਂ ਵਿੱਚ ਲਾਗੂ ਹੋਵੇ, ਸਾਨੂੰ ਆਪਣੇ ਆਪ ਉੱਤੇ ਪੰਜਾਬੀ ਬੋਲੀ ਲਾਗੂ ਕਰਨੀ ਚਾਹੀਦੀ ਹੈ, ਜਿਹੜੀ ਕਿ ਅਸੀਂ ਨਹੀਂ ਕਰਦੇ। ਸਾਡੇ ਵਿੱਚੋਂ ਬਹੁਤਿਆਂ ਦੇ ਵਿਆਹ ਦੇ ਕਾਰਡ ਆਉਂਦੇ ਨੇ, ਰਿਸੈਪਸ਼ਨ ਦੇ, ਬੱਚਿਆਂ ਦੇ ਜਨਮ ਦਿਨ ਦੇ ਕਾਰਡ ਪੰਜਾਬੀ ਵਿੱਚ ਨਹੀਂ ਛਪਾਉਂਦੇ, ਆਪਾਂ ਅੰਗਰੇਜ਼ੀ ਵਿੱਚ ਛਪਾਉਂਦੇ ਹਾਂ। ਆਪਾਂ ਸੁਨੇਹੇ ਦਿੰਦੇ ਹਾਂ, ਵਟਸਐਪ ਤੇ ਦਿੰਦੇ ਹਾਂ, ਫੇਸਬੁੱਕ ਤੇ ਦਿੰਦੇ ਹਾਂ, ਆਪਾਂ ਅੰਗਰੇਜ਼ੀ ਵਿੱਚ ਦਿੰਦੇ ਹਾਂ। ਜੇ ਪੰਜਾਬੀ ਵੀ ਲਿਖਦੇ ਹਾਂ ਤਾਂ ਉਹ ਰੋਮਨ ਭਾਸ਼ਾ 'ਚ ਲਿਖਦੇ ਹਾਂ। ਸੋ ਆਪਾਂ ਨੂੰ ਆਪਣੇ ਪੱਧਰ ਤੇ ਵੀ ਪੰਜਾਬੀ ਹੋਣ ਤੇ ਮਾਣ ਸ਼ੁਰੂ ਕਰਨਾ ਚਾਹੀਦਾ, ਮਾਣ ਕਰਨਾ ਚਾਹੀਦਾ ਤੇ ਆਪਾਂ ਨੂੰ ਪ੍ਰਸ਼ਾਸਨ ਨੂੰ ਇਕੱਠੇ ਹੋ ਕੇ ਜੂਝਣਾ ਚਾਹੀਦਾ, ਪੰਜਾਬੀ ਬੋਲੀ ਨੂੰ ਉਹਦਾ ਮਾਣ ਮਿਲਣਾ ਚਾਹੀਦਾ ਤਾਂ ਕਿ ਪੰਜਾਬੀ ਹਮੇਸ਼ਾ ਜਿਉਂਦੀ ਵਸਦੀ ਰਹੇ। ਤੁਸੀਂ ਸਾਰੇ ਜਿਉਂਦੇ ਵਸਦੇ ਰਹੋ, ਖਿੜਦੇ ਰਹੋ। ਸ਼ੁਕਰੀਆ ਜੀ। ਇਹ ਡਾਕਟਰ ਗੁਰਮਿੰਦਰ ਸਿੱਧੂ ਮੈਮ ਤੋਂ ਵਧਾਈਆਂ ਲੈ ਲਈਆਂ ਅੱਜ ਦੇ ਦਿਵਸ ਦੀਆਂ, ਤੇ ਉਹਨਾਂ ਨੇ ਬਹੁਤ ਪਿਆਰੀਆਂ ਗੱਲਾਂ ਵੀ ਕਹੀਆਂ ਕਿ ਖੁਦ ਤੋਂ ਨਿੱਜ ਤੋਂ ਸ਼ੁਰੂ ਕਰੋ, ਮਾਂ ਬੋਲੀ ਨਾਲ ਪਿਆਰ ਕਰਨਾ, ਤਿਆਓ ਕਰਨਾ। ਵਿਦੇਸ਼ਾਂ ਦੀ ਧਰਤੀ 'ਤੇ ਤੁਸੀਂ ਰਹਿੰਦੇ ਹੋ ਤਾਂ ਤੁਹਾਡਾ ਫਰਜ਼ ਵੱਧ ਜਾਂਦਾ ਹੈ ਮਾਂ ਬੋਲੀ ਦੇ ਲਈ, ਠੀਕ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਪ੍ਰੋਗਰਾਮ ਸਾਹਿਤਕ ਤੰਦਾਂ ਆਸ ਕਰਦਾ ਵਧੀਆ ਲੱਗਿਆ ਹੋਊਗਾ। ਅੱਜ ਮਾਂ ਬੋਲੀ ਦਿਹਾੜੇ 'ਤੇ ਖਾਸ ਸਾਹਿਤਕ ਤੰਦਾਂ ਪ੍ਰੋਗਰਾਮ ਕਰਿਆ ਸੀ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਫੇਰ ਕਿਸੇ ਸਾਹਿਤਕਾਰ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ ਪ੍ਰੋਗਰਾਮ ਸਾਹਿਤਕ ਤੰਦਾਂ ਵਿੱਚ। ਤਦ ਤੱਕ ਆਪਣਾ ਰੱਖੋ ਖਿਆਲ, ਜੁੜੇ ਰਹੋ ਜਸ ਪੰਜਾਬੀ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।